ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਵਿਚਾਰ ਚਰਚਾ ਅੱਜ ਇੱਕ ਵਾਰ ਫੇਰ ਬਹੁਤੀ ਕਿਸਾਨ ਮੁੱਦਿਆਂ 'ਤੇ ਹੀ ਹੋਵੇਗੀ। ਕਿਸਾਨੀ ਦੀ ਗੱਲਬਾਤ, ਕਿਸਾਨ ਅੰਦੋਲਨ ਦੀ ਗੱਲਬਾਤ ਅਤੇ ਕਿਸ ਤਰ੍ਹਾਂ ਕੜਕਦੀ ਠੰਡ ਦੇ ਵਿੱਚ ਕਿਸਾਨ ਸੜਕਾਂ 'ਤੇ ਬੈਠੇ ਹੋਏ ਨੇ, ਧਰਨੇ ਲੱਗੇ ਹੋਏ ਨੇ ਅਤੇ ਬਹੁਤ ਸਾਰੇ ਲੋਕ ਬਹੁਤ ਵਰਗਾਂ ਤੋਂ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਪਏ ਨੇ ਅਤੇ ਕੁਝ ਵਿਰੋਧਤਾ ਵੀ ਹੋ ਰਹੀ ਹੈ। ਸਰਕਾਰ ਆਪਣਾ ਪੈਂਤੜਾ ਕੁਝ ਬਦਲ ਰਹੀ ਹੈ, ਪਰ ਕਿਸਾਨ ਅਜੇ ਅੜੇ ਹੋਏ ਨੇ। ਹੋਰ ਵੀ ਇੱਕ ਦੋ ਮੁੱਦੇ ਹਨ ਜਿਸ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਕਰੋਨਾ ਦਾ ਟੀਕਾ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਮਾਹਰ ਮਹਿਮਾਨ ਹਾਜ਼ਰ ਨੇ। ਸਰਦਾਰ ਅਵਤਾਰ ਸਿੰਘ ਸ਼ੇਰਗਿੱਲ। ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਦੀ ਅਸੀਂ ਗੱਲਬਾਤ ਕਰੀਏ। ਜੀ ਭਾਜੀ, ਬਿਲਕੁਲ। ਬਹੁਤ ਨਾਮ ਦਿੱਤੇ ਗਏ ਇਸ ਨੂੰ ਜੀ ਕਿ ਦਿੱਲੀ ਫਤਿਹ, ਆਹ ਕਰ ਦਿੱਤਾ, ਉਹ ਹੋ ਗਿਆ, ਆਹ ਹੋ ਗਿਆ। ਜੀ ਪਰ ਨਾਲ ਇਹ ਵੀ ਕਿਤੇ ਆਖਿਆ ਗਿਆ ਕਿ ਥੋੜ੍ਹਾ ਜਿਹਾ ਕੇਅਰਫੁਲੀ ਜਿਹੜਾ ਨੇ ਲਫ਼ਜ਼ ਜਿਹੜੇ ਨੇ ਉਹ ਚੁਣਨੇ ਚਾਹੀਦੇ ਨੇ, ਧਿਆਨ ਨਾਲ। ਜੀ ਬਿਲਕੁਲ। ਨੱਕ ਵਿੱਚ ਦਮ ਤਾਂ ਸਰਕਾਰ ਦੇ ਅਸੀਂ ਆਸਾਨੀ ਨਾਲ ਕਹਿ ਸਕਦੇ ਹਾਂ ਕਿ ਕੀਤਾ ਹੈ। ਬਿਲਕੁਲ। ਨੈਸ਼ਨਲ ਮੀਡੀਆ ਦਾ ਵੀ ਧਿਆਨ ਪਹਿਲੀ ਵਾਰੀ ਪਿਆ। ਜੀ ਕੀ ਕਹਿਣਾ ਚਾਹੋਗੇ? ਮੈਂ ਪਹਿਲਾਂ ਇਸ ਗੱਲ ਦਾ ਜ਼ਿਕਰ ਕਰਾਂ ਕਿ ਇਕੱਲਾ ਨੈਸ਼ਨਲ ਹੀ ਨਹੀਂ, ਇਸ ਵੇਲੇ ਭਾਜੀ ਪੂਰੇ ਵਰਲਡ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਮੀਡੀਆ ਦਾ ਫੋਕਸ ਜਿਹੜਾ ਨਾ ਉਹ ਇਸ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪੂਰੀ ਤਰ੍ਹਾਂ ਕੇਂਦਰਿਤ ਹੋ ਗਿਆ ਜੀ। ਔਰ ਇਹਦੀ ਆਵਾਜ਼ ਨਾ ਕੇਵਲ ਪੰਜਾਬ, ਨਾ ਕੇਵਲ ਭਾਰਤ ਦੇਸ਼ ਭਰ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਫੈਲ ਗਈ ਆ। ਜੀ। ਜਿੱਥੇ ਤੱਕ ਗੱਲ ਤੁਸੀਂ ਫਤਿਹ ਦੀ ਗੱਲ ਕੀਤੀ ਆ, ਉਹ ਪੰਜਾਬੀਆਂ ਦਾ ਹੁੰਦਾ ਹੀ ਆ ਕਹਾਵਤ ਵੀ ਥੋੜ੍ਹੀ ਜਿਹੀ ਕਾਮਯਾਬੀ ਮਿਲ ਗਈ ਤਾਂ ਜੀ ਫਤਿਹ ਹਾਸਲ ਹੋ ਗਈ ਆ। ਪਰ ਜਿੱਥੋਂ ਤੱਕ ਲੱਗਦਾ ਆ ਵੀ ਜਿਵੇਂ ਇਹਨਾਂ ਨੇ 2.5-3 ਮਹੀਨੇ ਤੋਂ ਜੋ ਅੰਦੋਲਨ ਚੱਲ ਰਿਹਾ, ਬੜਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਔਰ ਬੜਾ ਹੀ ਸੁਲਝੇ ਤਰੀਕੇ ਨਾਲ ਬੰਦੇ ਬਹੁਤ ਸਿਆਣੇ ਜਿਹੜੇ ਆਗੂ ਮੂਹਰੇ ਲੱਗੇ ਆ, ਕਿਵੇਂ ਗੱਲਬਾਤ ਕਰਨੀ, ਕਿਵੇਂ ਉਹਨਾਂ ਦਾ ਜਵਾਬ ਦੇਣਾ, ਪੂਰੀ ਤਰ੍ਹਾਂ ਮੀਟਿੰਗਾਂ ਕਰਕੇ ਉਹ ਸਟੈਪ ਬਾਈ ਸਟੈਪ ਚੱਲ ਰਹੇ ਆ। ਉਹਦਾ ਉਹਨਾਂ ਨੂੰ ਕੁਛ ਨਾ ਕੁਛ ਨਤੀਜਾ ਹਾਸਲ ਵੀ ਹੋ ਰਿਹਾ ਔਰ ਉਹਦੀ ਹੀ ਕੜੀ ਦੇ ਵਿੱਚ ਉਹਨੂੰ ਇੱਕ ਫਤਿਹ ਵਾਂਗੂ ਦੇਖ ਰਹੇ ਆ ਵੀ ਅਸੀਂ ਹੁਣ ਦਿੱਲੀ ਪਹੁੰਚ ਗਏ ਆ। ਪਰ ਦਿੱਲੀ ਪਹੁੰਚਣ ਤੱਕ ਜੋ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਹ ਸਾਰਿਆਂ ਦੇ ਸਾਹਮਣੇ ਆ। ਜੀ। ਤੇ ਦਿੱਲੀ ਪਹੁੰਚਣ ਤੋਂ ਬਾਅਦ ਜਦੋਂ ਉਹਨਾਂ ਨੇ ਕਹਿਤਾ ਵੀ ਸਾਡਾ ਇੱਕ ਮੋਰਚਾ ਫਤਿਹ ਹੋ ਗਿਆ, ਕਿਉਂਕਿ ਉਹਨਾਂ ਦਾ ਇੱਕ ਮਿਸ਼ਨ ਸੀਗਾ ਵੀ ਅਸੀਂ ਦਿੱਲੀ ਜਾਣਾ। ਨਾ ਤਾਂ ਉਹਨਾਂ ਨੇ ਕੋਈ ਮਿਸ਼ਨ ਰੱਖਿਆ ਸੀ ਵੀ ਦਿੱਲੀ ਦਾ ਘਿਰਾਓ ਕਰਨਾ, ਨਾ ਹੀ ਉਹਨਾਂ ਨੇ ਕੋਈ ਐਸਾ ਗੱਲ ਕੀਤੀ ਸੀ ਵੀ ਦਿੱਲੀ ਦੀ ਘੇਰਾਬੰਦੀ ਕਰਨੀ ਆ। ਪਰ ਉਹਨਾਂ ਨੂੰ ਇਹ ਕੰਮ ਕਰਨ ਲਈ ਮਜਬੂਰ ਕਰਤਾ ਸਰਕਾਰ ਨੇ, ਉੱਥੋਂ ਦੇ ਲੰਘਣ ਵਾਲੇ ਸਾਰੇ ਪ੍ਰਸ਼ਾਸਨ ਨੇ, ਪੁਲਿਸ ਨੇ। ਜੀ। ਸੋ ਉਹਨਾਂ ਨੂੰ ਇਹ ਸ਼ਬਦ ਵਰਤਣੇ ਪੈ ਗਏ ਬਾਅਦ 'ਚ ਵੀ ਅਸੀਂ ਹੁਣ ਦਿੱਲੀ ਦੀ ਘੇਰਾਬੰਦੀ ਕਰਾਂਗੇ। ਜੀ। ਕਿਉਂਕਿ ਜਦੋਂ ਉਹਨੂੰ ਬਾਰਡਰ 'ਤੇ ਜਾ ਕੇ ਜਿੰਨੇ ਵੀ ਬਾਰਡਰ ਲੰਘ ਕੇ ਗਏ ਆ, ਪੰਜਾਬ ਤੋਂ ਲੈ ਕੇ ਹਰਿਆਣਾ ਲੰਘ ਕੇ ਦਿੱਲੀ ਦੇ ਆਖਰੀ ਬਾਰਡਰ ਤੱਕ ਚੱਲ ਗਏ ਆ, ਉਹਨਾਂ ਬਾਰਡਰਾਂ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਮੁਸ਼ੱਕਤ ਕਰਨੀ ਪਈ ਲੰਘਣ ਦੀ। ਜਦੋਂ ਐਨ ਨੇੜੇ ਪਹੁੰਚ ਗਏ ਫਿਰ ਉਹਨਾਂ ਨੂੰ ਲੱਗਿਆ ਵੀ ਇੱਦਾਂ ਹੁਣ ਗੱਲ ਨਹੀਂ ਬਣਨੀ। ਇਸ ਕਰਕੇ ਉਹਨਾਂ ਨੇ ਫਿਰ ਜਿਹੜੇ 2 ਪੁਆਇੰਟ ਤਾਂ ਪਹਿਲਾਂ ਹੀ ਰੋਕੇ ਹੋਏ ਸੀਗੇ, ਸਿੰਘੂ ਬਾਰਡਰ ਹੋ ਗਿਆ ਅਤੇ ਉੱਧਰਲੇ ਪਾਸੇ ਟਿੱਕੀਰੀ ਬਾਰਡਰ ਦੇ ਉੱਤੇ ਪੱਕਾ ਮੋਰਚਾ ਲਾ ਕੇ ਬੈਠੇ ਆ। ਜਿਹੜੇ ਅਗਲੇ 3 ਪੁਆਇੰਟ ਸੀਗੇ ਉਹਨਾਂ ਨੇ ਨਾਲ ਐਲਾਨ ਕਰ ਦਿੱਤਾ ਬਈ ਅਸੀਂ ਹੁਣ ਪੂਰੀ ਤਰ੍ਹਾਂ ਦਿੱਲੀ ਦਾ ਆਲੇ ਦੁਆਲੇ ਦਾ ਜੋ ਵੀ ਐਂਟਰੀ ਪੁਆਇੰਟ ਹੈ, ਚਾਹੇ ਉਹ ਜੈਪੁਰ ਵਾਲੇ ਪਾਸਿਓਂ ਆਵੇ, ਚਾਹੇ ਗਾਜ਼ੀਆਬਾਦ ਵਾਲੇ ਪਾਸਿਓਂ ਆਵੇ, ਚਾਹੇ ਆਗਰੇ ਤੋਂ ਆਵੇ, ਉਹ ਸਾਰੇ ਐਂਟਰੀ ਪੁਆਇੰਟ ਉਹਨਾਂ ਨੇ ਬੰਦ ਕਰਕੇ ਤਾਂ ਕਿ ਇਸ ਸਰਕਾਰ 'ਤੇ ਜਿੰਨਾ ਵੱਧ ਤੋਂ ਵੱਧ ਦਬਾਅ ਬਣਾਇਆ ਜਾ ਸਕੇ। ਇੱਕ ਮੈਂ ਵਿੱਚੋਂ ਗੱਲ ਤੁਹਾਡੀ ਟੋਕ ਰਿਹਾ। ਜੀ ਜੀ। 2 ਬਾਰਡਰ ਜਿਹੜੇ ਨੇ ਸਿੰਘੂ ਤੇ ਠੀਕਰੀ, ਇਹਨਾਂ ਬਾਰੇ ਤਾਂ ਸ਼ੋਰ ਹੈ ਕਿ ਬੰਦ ਨੇ? ਬਿਲਕੁਲ ਬੰਦ। ਜਿਹੜੇ 2 ਦੂਸਰੇ ਬਾਰਡਰ ਤੁਸੀਂ ਲਏ ਨੇ ਮੁੱਖ, ਜਿਹੜੇ ਨੇ ਜੈਪੁਰ ਵਾਲਾ ਤੇ ਜਿਹੜਾ ਯੂਪੀ ਤੋਂ ਆ ਰਿਹਾ ਆਗਰੇ ਤੋਂ, ਜੀ, ਉਹ ਉਹਨਾਂ ਦੀ ਕੀ ਸਥਿਤੀ ਹੈ? ਉਹਦੇ ਵਿੱਚ ਗਾਜ਼ੀਪੁਰ ਔਰ ਗਾਜ਼ੀਆਬਾਦ, ਅੱਛਾ, ਇਹ 2 ਬਾਰਡਰ ਯੂਪੀ ਨਾਲ ਲੱਗਦੇ ਆ, ਜਿੱਥੇ ਆ ਕੇ ਯੂਪੀ ਦੇ ਕਿਸਾਨ ਬੈਠ ਗਏ। ਅੱਛਾ। ਉਹਨਾਂ ਨੇ ਉੱਥੇ ਉਹ ਬੰਦ ਕਰਤਾ। ਤਾਂ ਗਾਜ਼ੀਪੁਰ ਵਾਲਾ ਜਿਹੜਾ ਬਾਰਡਰ ਆ ਉਹ ਯੂਪੀ ਵਾਲੇ ਕਿਸਾਨਾਂ ਨੇ ਬੀਤੇ ਦਿਨੀ ਉੱਥੋਂ ਵੀ ਬੈਰੀਕੇਡ ਤੋੜ ਕੇ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀ ਆ। ਉੱਥੇ ਵੀ ਉਹਨਾਂ ਦੀ ਕਾਫੀ ਝੜਪਾਂ ਹੋਈਆਂ ਪੁਲਿਸ ਦੇ ਨਾਲ, ਪਰ ਉਹ ਉੱਥੇ ਹੀ ਬੈਠ ਗਏ ਆ। ਉੱਥੇ ਉਹਨਾਂ ਧਰਨਾ ਲਾ ਕੇ ਬਿਲਕੁਲ ਆਵਾਜਾਈ ਬੰਦ ਕਰ ਦਿੱਤੀ ਆ। ਜੀ। ਵੱਡੀ ਗੱਲ ਇਹ ਵੀ ਆ ਵੀ ਕਿਸਾਨ ਫਰਾਕ ਦਿਲੀ ਵਾਲੇ ਬਹੁਤ ਆ, ਵਿਸ਼ਾਲ ਦਿਲ ਆ ਇਹਨਾਂ ਦਾ। ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਜਾਂ ਕੋਈ ਐਂਬੂਲੈਂਸ ਲੰਘਦੀ ਆ ਜਾਂ ਕਿਸੇ ਦੇ ਸਮਾਨ ਲੈਣ ਜਾਣਾ ਆ, ਇੱਧਰ ਉੱਧਰ ਲੰਘਣਾ, ਤਾਂ ਉਹਨਾਂ ਨੂੰ ਕੋਈ ਰੋਕਦੇ ਨਹੀਂ ਹੈਗੇ, ਆਪ ਲਾਂਘਾ ਦੇ ਦਿੰਦੇ ਆ। ਅਤੇ ਉੱਥੋਂ ਦੀ ਪੁਲਿਸ ਦੀ ਸਿਫਤ ਥੋੜ੍ਹੀ ਜਿਹੀ ਕਰਨੀ ਬਣਦੀ ਆ। ਉਹਨਾਂ ਨੂੰ ਵੀ ਜਦੋਂ ਪੁੱਛਿਆ ਗਿਆ ਵੀ ਤੁਸੀਂ ਕਿਸਾਨ ਇੱਧਰਲੇ ਪਾਸੇ ਆ ਰਹੇ ਆ ਕੁਛ ਖਾਣਾ ਖੁਣਾ ਲੈਣ, ਪਾਣੀ ਲੈਣ, ਵੀ ਉੱਦਾਂ ਤਾਂ ਤੁਸੀਂ ਪੂਰੀਆਂ ਰੋਕਾਂ ਲਾਈਆਂ, 7 ਲੇਅਰ ਦੀ ਜਿਹੜੀ ਤੁਸੀਂ ਬਣਾਈ ਹੋਊ ਆ, ਇੱਕ ਪੂਰੀ ਸ਼ੀਲਡ ਬਣਾਈ ਆ, ਉਹਨੂੰ ਤੁਸੀਂ ਤੋੜ ਕੇ ਲੰਘਣ ਦੇ ਰਹੇ ਆ। ਉਹ ਫਿਰ ਪੁਲਿਸ ਵਾਲਿਆਂ ਦਾ ਕਹਿਣਾ ਸੀਗਾ ਵੀ ਯਾਰ ਕਿਸਾਨਾਂ ਨੇ ਹੁਣ ਖਾਣਾ ਖੁਣਾ ਪਾਣੀ ਪੂਣੀ ਵੀ ਤਾਂ ਲੈਣਾ ਹੀ ਆ, ਵੀ ਚਲੋ ਕੋਈ ਨਹੀਂ, ਇੱਧਰੋਂ ਲੰਘਣ ਚਲੇ ਗਏ ਤਾਂ ਕੀ ਹੋਇਆ। ਸੋ ਉੱਧਰ ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਆ ਉਹ ਸਰਕਾਰ ਦੇ ਵਿੱਚ ਬੱਝੀ ਜ਼ਰੂਰ ਹੈ, ਆਪਣੀ ਡਿਊਟੀ ਕਰ ਰਹੀ ਆ, ਪਰ ਉਹਨਾਂ ਦੇ ਮਨ ਦੇ ਵਿੱਚ ਆਖਰ ਮਨੁੱਖਤਾ ਕਿਤੇ ਠਹਿਰਦੀ ਤਾਂ ਹੈਗੀ ਨਾ।
ਉਹਦੇ ਲਿਹਾਜ਼ ਨਾਲ ਦੇਖੀਏ ਤਾਂ ਉੱਥੇ ਜਿਹੜਾ ਬਾਰਡਰਾਂ ਦੇ ਉੱਤੇ ਇਸ ਵੇਲੇ ਚਾਹੇ ਉੱਥੇ ਪੂਰੀ ਤਰ੍ਹਾਂ BSF ਤੈਨਾਤ ਕੀਤੀ ਗਈ ਆ, ਸੁਰੱਖਿਆ ਬਲ ਹੋਰ ਵੀ ਤੈਨਾਤ ਕੀਤੇ ਗਏ ਆ। ਟਕਰਾਅ ਵਾਲੀ ਸਥਿਤੀ ਕਦੋਂ ਵੀ ਬਣ ਸਕਦੀ ਆ, ਪਰ ਜਦੋਂ ਤੱਕ ਇਹਨਾਂ ਦੇ ਵੱਲੋਂ ਜਿੱਦਾਂ ਕਿਸਾਨ ਵੀ ਕਹਿੰਦੇ ਆਏ ਆ ਵੀ ਅਸੀਂ 2.5-3 ਮਹੀਨਿਆਂ ਤੋਂ ਅੰਦੋਲਨ ਕੀਤਾ, ਅਸੀਂ ਇੱਕ ਡੱਕਾ ਨਹੀਂ ਭੰਨਿਆ ਜੀ। ਸਾਨੂੰ ਇਹਨਾਂ ਨੇ ਮਜਬੂਰ ਕੀਤਾ ਕਰਕੇ ਇਹੋ ਜਿਹੀ ਗੱਲਾਂ ਵਾਪਰੀਆਂ, ਪਰ ਫਿਰ ਵੀ ਉਹ ਕਹਿੰਦੇ ਸਾਡਾ ਇਹ ਕਿਸੇ ਤਰੀਕੇ ਦਾ ਇੱਧਰਲੇ ਪਾਸੇ ਨੂੰ ਰੁਝਾਨ ਹੈ ਹੀ ਨਹੀਂ। ਸਾਡਾ ਮਿਸ਼ਨ ਇੱਕੋ ਹੀ ਆ ਵੀ ਅਸੀਂ ਜਿਹੜੇ ਕਾਨੂੰਨ ਵਾਪਸ ਲੈ ਕੇ ਹੀ ਮੁੜਾਂਗੇ। ਸ਼ੇਰਗਿੱਲ ਸਾਹਿਬ, ਜਿਹੜੇ ਕਿਸਾਨ ਦਿੱਲੀ ਚਲੇ ਗਏ ਨੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਨੇ, ਇੱਥੋਂ ਤੱਕ ਕਿ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਵੀ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਪੁੱਜੇ ਹੋਏ ਨੇ। ਬਿਲਕੁਲ ਜੀ। ਇੰਨੀ ਦੂਰੋਂ ਮਾਲਵੇ ਵਾਲਿਆਂ ਨੇ ਚਲੋ ਦਿੱਲੀ ਥੋੜੀ ਜਿਹੀ ਲਾਗੇ ਵੀ ਹੈ, ਇੰਨੀ ਲਾਗੇ ਵੀ ਨਹੀਂ, ਦਿੱਲੀ ਹਮੇਸ਼ਾ ਦੂਰ ਹੀ ਰਹਿੰਦੀ ਹੈ ਜੀ। ਬਿਲਕੁਲ ਬਿਲਕੁਲ। ਪਰ ਇਹ ਦੱਸੋ ਕਿ ਜਿਹੜੇ ਟੋਲ ਪਲਾਜ਼ਿਆਂ ਤੇ ਪੰਜਾਬ ਦੇ ਵਿੱਚ ਨਾਕੇ ਲੱਗੇ ਹੋਏ ਸਨ, ਉਹਨਾਂ ਤੇ ਕੀ ਉਹ ਖੁੱਲ ਗਏ ਨੇ ਕਿ ਅਜੇ ਵੀ ਨਾਕੇ ਲੱਗੇ ਹੋਏ ਨੇ, ਉੱਥੇ ਧਰਨੇ ਲੱਗੇ ਹੋਏ ਨੇ? ਨਹੀਂ, ਉਹਨਾਂ ਦੇ ਧਰਨੇ ਬਿਲਕੁਲ ਉਸੇ ਤਰ੍ਹਾਂ ਜਾਰੀ ਆ ਔਰ ਉਹ ਸੰਦੇਸ਼ ਦਿੱਲੀ ਗਿਆ ਵਾਲੇ ਕਿਸਾਨਾਂ ਨੂੰ ਪਹੁੰਚਾ ਰਹੇ ਆ ਵੀ ਤੁਸੀਂ ਮੋਰਚਾ ਉੱਥੇ ਸੰਭਾਲੋ, ਅਸੀਂ ਇੱਥੇ ਸਾਂਭਿਆ ਹੋਇਆ, ਇਹ ਧਰਨਾ ਨਹੀਂ ਖਤਮ ਹੋਣ ਦੇਣਾ ਸੀ। ਇਹਦੇ ਹਰਿਆਣੇ ਦੇ ਵਿੱਚ ਟੋਲ ਆ ਮੁੱਖ ਹਾਈਵੇ ਤੇ, ਉਹਨਾਂ ਬਾਰੇ ਵੀ ਕੋਈ ਖਬਰ ਹੈ ਕਿ ਨਹੀਂ? ਨਹੀਂ, ਹਰਿਆਣੇ ਦੇ ਵਿੱਚ ਇਹ ਟੋਲਾਂ ਤੇ ਨਹੀਂ ਕਿਸਾਨਾਂ ਨੇ ਲਾਏ ਹੋਏ ਆ, ਉਹ ਤਾਂ ਸਿਰਫ ਇਹਨਾਂ ਦੇ ਹਮਾਇਤ ਦੇ ਵਿੱਚ ਦਿੱਲੀ ਜ਼ਰੂਰ ਗਏ ਆ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਜਿੱਥੇ ਬਾਰਡਰ ਤੇ ਬੈਠੇ ਆ, ਪਰ ਉੱਥੋਂ ਦੇ ਟੋਲ ਪਲਾਜ਼ੇ ਨਹੀਂ ਸੀ ਬੰਦ ਕੀਤੇ। ਉਹ ਹਰਿਆਣੇ ਦੇ ਪੰਜਾਬ ਵਾਲੇ ਟੋਲ ਪਲਾਜ਼ੇ ਹੱਲੇ ਵੀ ਬੰਦ ਆ ਔਰ ਕਈਆਂ ਥਾਵਾਂ ਤੇ ਮੇਰੇ ਜਿਹੜੇ ਦੇਖਣ ਵਿੱਚ ਸੁਣਨ ਵਿੱਚ ਪੜ੍ਹਨ 'ਚ ਆਇਆ, ਉਹ ਰੇਲਵੇ ਸਟੇਸ਼ਨਾਂ ਦੇ ਬਾਹਰ ਵੀ ਉਹਨਾਂ ਦੇ ਧਰਨੇ ਜਾਰੀ ਆ। ਹਾਲਾਂਕਿ ਰੇਲ ਗੱਡੀਆਂ ਦਾ ਪ੍ਰਵਾਹ ਚੱਲਦਾ ਪਿਆ, ਮਾਲ ਗੱਡੀਆਂ ਵੀ ਆਉਂਦੀਆਂ, ਮੁਸਾਫਰ ਗੱਡੀਆਂ ਵੀ ਚੱਲਦੀਆਂ ਪਈਆਂ, ਪਰ ਉਹਨਾਂ ਦਾ ਜਿਹੜਾ ਧਰਨਾ ਆ ਉਹ ਬਲਾਕ ਲੈਵਲ ਤੇ ਪਲੇਟਫਾਰਮ ਦੇ ਬਾਹਰ ਜਾਂ ਜਿਹੜੇ ਧਰਨੇ ਰਿਲਾਇੰਸ ਦੇ ਪੰਪ ਕਹਿ ਲਈਏ, ਇੱਕ ਧਰ ਦੇ ਪੰਪ ਹੋ ਗਏ ਜਾਂ ਵੱਡਿਆ ਘਰਾਣੇ ਦੇ ਪੰਪ ਜਿਹੜੇ ਆ, ਉਹਨਾਂ ਦੇ ਮੋਰੇ ਜਿਹੜੇ ਧਰਨੇ ਆ ਉਹ ਲਗਾਤਾਰ ਜਾਰੀ ਆ ਔਰ ਉਹਨਾਂ ਦਾ ਸਪਸ਼ਟ ਮੈਸੇਜ ਦੇ ਰਹੇ ਆ ਵੀ ਇਹ ਧਰਨੇ ਨਹੀਂ ਅਸੀਂ ਚੁੱਕਣੇ। ਇੱਕ ਛੋਟੀ ਜਿਹੀ ਗੱਲ ਕਿ ਯੂਰੀਆ ਦੀ ਘਾਟ ਸ਼ਾਇਦ ਖਤਮ ਹੋ ਗਈ ਹੈ ਮੇਰੇ ਖਿਆਲ। ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਘੱਟੋ ਘੱਟ 46 ਰੈਕਾਂ ਦੇ ਵਿੱਚ 11,000 ਮੀਟ੍ਰਿਕ ਟਨ ਜਿਹੜਾ ਯੂਰੀਆ ਉਹ ਪੰਜਾਬ ਵਿੱਚ ਪਹੁੰਚ ਚੁੱਕਾ ਆ। ਵੱਖਰੇ ਵੱਖਰੇ ਇਲਾਕਿਆਂ ਦੇ ਮਾਝਾ, ਮਾਲਵਾ, ਦੁਆਬੇ ਦੇ ਵਿੱਚ ਹੁਣ ਉਹਦੀ ਘਾਟ ਮੈਨੂੰ ਲੱਗਦਾ ਨਹੀਂ ਰਹੂਗੀ। ਔਰ ਅਗਲੀ ਗੱਲ ਇਹ ਵੀ ਆ ਵੀ ਕਿਉਂ ਕਿਸਾਨ ਜਿਹੜੇ ਆ ਉਹ ਕਣਕ ਬੀਜ ਕੇ ਵਿਹਲੇ ਹੋ ਕੇ ਫੇਰ ਗਏ ਆ ਉੱਥੇ, ਤੇ ਪਿੱਛੇ ਜਿਹੜੀਆਂ ਉਹਨਾਂ ਦੀਆਂ ਕਈ ਤਾਂ ਬੀਬੀਆਂ ਬਹੁਤ ਵੱਡੀ ਗਿਣਤੀ 'ਚ ਗਈਆਂ ਵੀ ਆ, ਜਿਹੜੀਆਂ ਪਿੱਛੇ ਘਰਾਂ 'ਚ ਰਹਿ ਗਈਆਂ, ਉਹ ਵੀ ਉਹਨਾਂ ਤੋਂ ਮੈਸੇਜ ਸੰਦੇਸ਼ ਪਹੁੰਚਾ ਰਹੀਆਂ ਵੀ ਖੇਤੀ ਦੀ ਪਰਵਾਹ ਨਾ ਕਰਿਓ, ਅਸੀਂ ਹੈਗੇ ਆ ਇੱਥੇ। ਆਮ ਆਪਾਂ ਸੁਣਦੇ ਹੁੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਲੋਕੀ ਆਪ ਤੇ ਇੱਕ ਦੂਜੇ ਦੇ ਚੱਲ ਜਾਂਦੇ ਆ ਵੀ ਤੁਸੀਂ ਮੇਰਾ ਕੰਮ ਕਰ ਦਿਓ, ਮੈਂ ਤੁਹਾਡਾ ਕਰ ਦੂੰਗਾ। ਇਸੇ ਤਰ੍ਹਾਂ ਦਾ ਹੁਣ ਜਿਹੜਾ ਪੰਜਾਬ ਦੇ ਵਿੱਚ ਪੇਂਡੂ ਭਾਈਚਾਰਾ ਦੇਖਣ ਨੂੰ ਮਿਲ ਰਿਹਾ, ਉਹ ਇਹੀ ਆ ਵੀ ਗੁਆਂਢ ਦੇ ਕੰਮ ਆ ਰਿਹਾ, ਪਿੰਡ ਦੇ ਵਿੱਚ ਇੱਕ ਦੂਜੇ ਦੇ ਪਿੰਡ ਵਾਲੇ ਕੰਮ ਆ ਰਹੇ ਆ। ਉਹ ਸਾਰੇ ਇਹ ਕਹਿ ਰਹੇ ਆ ਤੁਹਾਡੀ ਫਸਲ ਆ, ਜੇ ਕੋਈ ਪਾਣੀ ਦੇਣ ਵਾਲਾ ਆ, ਜੇ ਕੋਈ ਖਾਦ ਪਾਉਣ ਵਾਲੀ ਆ, ਅਸੀਂ ਬੈਠੇ ਆ, ਤੁਸੀਂ ਚਿੰਤਾ ਨਹੀਂ ਕਰਨੀ, ਪਿੱਛੇ ਖੇਤੀ ਤੁਹਾਡੀ ਖਰਾਬ ਨਹੀਂ ਹੋਣ ਦਿੰਦੇ ਕਿਸੇ ਤਰ੍ਹਾਂ। ਠੀਕ ਹੈ ਜੀ। ਸ਼ੇਰਗਿੱਲ ਸਾਹਿਬ, ਇਸ ਅੰਦੋਲਨ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੀ ਜੀ, ਰਾਜਨੀਤਿਕ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਨੂੰ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ, ਹਾਈਜੈਕ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਇਸ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਕੀਤੀ ਜੀ। ਬਿਲਕੁਲ। ਲੇਕਿਨ ਸਹੀ ਮਾਇਨਿਆਂ ਦੇ ਵਿੱਚ ਜੇ ਅੱਜ ਤੱਕ ਜੇ ਮੈਨੂੰ ਤੁਸੀਂ ਪੁੱਛੋ ਤੇ ਜ਼ਮੀਨ ਦੇ ਉੱਤੇ ਕਿਸਾਨਾਂ ਦੇ ਨਾਲ ਬੈਠ ਕੇ ਸ਼ਾਇਦ ਕੋਈ ਇੱਕ ਅੱਧਾ ਲੀਡਰ ਬੈਠਾ ਹੋਵੇ, ਸਾਰੇ ਸਟੇਜਾਂ ਤੇ ਚੜ੍ਹ ਕੇ ਬੋਲਣ ਦੇ ਸ਼ੌਕੀਨ ਨੇ। ਜੀ ਬਿਲਕੁਲ। ਔਰ ਭਾਜਪਾ ਦੇ ਆਗੂ ਤੇ ਉਹਨਾਂ ਦਾ ਤਾਂ ਸਟੈਂਡ ਪਤਾ ਹੀ ਹੈ। ਬਾਕੀ ਜਿਹੜੇ ਵਿਰੋਧ ਵਿੱਚ ਵੀ ਨੇ, ਉਹ ਜਦੋਂ ਕਿਤੇ ਸਾਹਮਣੇ ਆਉਂਦੇ ਨੇ ਤੇ ਕਿਸਾਨ ਉਹਨਾਂ ਨੂੰ ਪਿੱਛੇ ਮੋੜ ਦਿੰਦੇ ਨੇ ਜੀ। ਉਹ 2-4 ਦਿਨ ਫਿਰ ਲੁਕ ਜਾਂਦੇ ਨੇ, ਫਿਰ ਕਿਤੇ ਸਾਹਮਣੇ ਆਉਂਦੇ ਨੇ ਜਾਂ ਆਪਣੇ ਜਿਹੜਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਆ ਉੱਥੋਂ ਬੋਲਦੇ ਨੇ। ਉਹ ਹੁਣ ਜਿਹੜੇ ਲੋਕ ਅੱਗੇ ਆਏ ਨੇ ਕਿਸਾਨਾਂ ਦੇ ਹੱਕ ਵਿੱਚ, ਉਹ ਹੁਣ ਕਿਹੋ ਜਿਹੇ ਲੋਕ ਅੱਗੇ ਆ ਰਹੇ ਨੇ ਤੇ ਲੀਡਰਾਂ ਦੀ ਕੀ ਸਥਿਤੀ ਹੈ ਜਿਹੜੇ ਪੰਜਾਬ ਦੇ 2-4-5-10 ਜਿਹੜੇ ਸਿਰ ਕਰਦਾ ਆਗੂ ਆਪਣੇ ਆਪ ਨੂੰ ਕਹਾਉਂਦੇ ਨੇ? ਭਾਜੀ ਗੱਲ ਇਹਦੇ ਵਿੱਚ ਇੱਦਾਂ ਆ ਵੀ ਜੇ ਹੁਣ ਤੱਕ ਕਿਸਾਨਾਂ ਦਾ ਅੰਦੋਲਨ ਸਫਲ ਦੇ ਦੌਰ ਦੇ ਵਿੱਚ ਲੰਘ ਰਿਹਾ, ਉਹਦੇ ਪਿੱਛੇ ਕਾਰਨ ਇੱਕੋ ਹੀ ਇਹੀ ਆ ਵੀ ਉਹਨਾਂ ਨੇ ਕਿਸੇ ਵੀ ਸਿਆਸੀ ਆਗੂ ਨੂੰ ਆਪਣੇ ਨਾਲ ਜੁੜਨ ਨਹੀਂ ਦਿੱਤਾ। ਕੋਈ ਸਿਆਸੀ ਆਗੂ ਆ, ਚਾਹੇ ਕੋਈ ਸੈਲੀਬ੍ਰਿਟੀ ਆ, ਚਾਹੇ ਕੋਈ ਗਾਇਕ ਆ, ਜਾਂਦੇ ਆ ਉੱਥੇ। ਉਹਨਾਂ ਦੇ ਉੱਥੇ ਇਕੱਲਾ ਇੱਕ ਸਟੇਜ ਨਹੀਂ ਨਾ ਹੈ, ਜਿੰਨੇ ਵੀ ਗਾਇਕ ਜਾਂਦੇ ਵੱਡੇ ਵੱਡੇ, ਉਹਨਾਂ ਦੇ ਆਪਣਾ ਹੀ ਮਜਮਾ ਲੱਗਿਆ ਹੋਇਆ, ਆਪਣੇ ਹੀ ਵੱਖਰੇ ਸਟੇਜ ਬਣਾਈ ਹੋਈ ਆ, ਉੱਥੇ ਇਕੱਠ ਕੀਤਾ ਆ, ਉੱਥੇ ਆਪਣੀ ਤਕਰੀਰ ਕਰਦੇ ਆ, ਬੋਲਦੇ ਆ, ਜੋ ਵੀ ਉਹਨਾਂ ਦੇ ਹੱਕ 'ਚ ਬੋਲਣਾ ਵੀ ਪੈਣਾ ਆ, ਤੇ ਉਹ ਕਰਕੇ ਆ ਜਾਂਦੇ ਆ। ਕਿਸਾਨਾਂ ਨੇ ਨਾ ਤਾਂ ਕਿਸੇ ਗਾਇਕ ਨੂੰ ਮੂੰਹ ਲਾਇਆ, ਨਾ ਕਿਸੇ ਸਿਆਸੀ ਆਗੂ ਨੂੰ ਮੂੰਹ ਲਾਇਆ। ਇਹ ਉਹਨਾਂ ਦੀ ਵੱਡੀ ਪ੍ਰਾਪਤੀ ਆ। ਔਰ ਜਿੱਦਣ ਇਹ ਸਿਆਸੀ ਆਗੂ ਕਿਸਾਨਾਂ ਦੇ ਸਟੇਜ ਤੇ ਚੜ੍ਹ ਗਏ, ਉਦਣ ਤੋਂ ਇਹਨਾਂ ਦਾ ਜਿਹੜਾ ਅੰਦੋਲਨ ਆ, ਜੇ ਪੂਰਾ ਨਾ ਸੀ, ਘੱਟੋ ਘੱਟ 10% ਤਾਂ ਪਿੱਛੇ ਪੈਣ ਦੀ ਮੈਨੂੰ ਉਮੀਦ ਲੱਗਦੀ ਆ, ਜੇ ਕਿਸੇ ਸਿਆਸੀ ਰੰਗਤ ਦਿੱਤੀ ਗਈ ਆ। ਔਰ ਇਹਦੇ ਨਾਲ ਇਹਨਾਂ ਤੇ ਦੋਸ਼ ਵੀ ਇਹੀ ਲੱਗ ਰਹੇ ਸੀਗੇ ਵੀ ਦੇਖੋ ਇਹਨਾਂ ਨੂੰ ਸਿਆਸੀ ਪਾਰਟੀਆਂ ਉਕਸਾ ਰਹੀਆਂ ਹਨ, ਸਿਆਸੀ ਪਾਰਟੀਆਂ ਭੜਕਾ ਰਹੀਆਂ ਹਨ। ਭਾਜਪਾ ਦੇ ਲੀਡਰ ਵੀ ਕਹਿ ਰਹੇ ਸੀਗੇ, ਪਰ ਜਦੋਂ ਹੁਣ ਮਾਹੌਲ ਗਰਮ ਹੁੰਦਾ ਦਿਸਿਆ, ਰੋਹ ਦਿੱਲੀ ਦੇ ਕੇਂਦਰ ਦੇ ਬਰੂਹਾਂ ਤੇ ਪਹੁੰਚ ਗਿਆ, ਤੇ ਫਿਰ ਸਾਡੇ ਗ੍ਰਹਿ ਮੰਤਰੀ ਸਾਹਿਬ ਵੀ ਕਹਿਣ ਲੱਗ ਪਏ ਵੀ ਨਹੀਂ, ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਵੀ ਇਹ ਸਿਆਸੀ ਨਹੀਂ ਜੀ ਹੈ,
ਇਹ ਕਿਸਾਨ ਅੰਦੋਲਨ ਨਿਰੋਲ ਆਪਣਾ ਕਿਸਾਨਾਂ ਦਾ ਹੀ ਆ, ਇਹਦੇ ਪਿੱਛੇ ਕੋਈ ਸਿਆਸੀ ਰੰਗਤ ਨਹੀਂ। ਨਾ ਮੈਂ ਪਹਿਲਾਂ ਕਿਹਾ ਸੀ, ਨਾ ਹੁਣ ਕਹਿੰਦਾ, ਨਾ ਮੈਂ ਗਾਹਾਂ ਕਹੂੰਗਾ। ਉਹਦੇ ਨਾਲ ਹੀ ਦੇਖੋ ਇਹਨਾਂ ਦਾ ਆਪਾ ਵਿਰੋਧੀ ਕਿੱਦਾਂ ਆ। ਜੀ ਗ੍ਰਹਿ ਮੰਤਰੀ ਤੁਹਾਡਾ ਕਹਿ ਰਿਹਾ ਵੀ ਸਿਆਸੀ ਇਹ 'ਚ ਰੰਗਤ ਨਹੀਂ। ਜੀ ਪੰਜਾਬ ਦਾ ਇੰਚਾਰਜ ਬਣਾਇਆ ਜਿਹੜਾ ਦੁਸ਼ਯੰਤ ਗੌਤਮ, ਉਹ ਕਹਿ ਰਿਹਾ ਜੀ ਇਹ ਸਾਰਾ ਪੂਰੀ ਤਰ੍ਹਾਂ ਜੀ ਸਿਆਸੀ ਆਗੂਆਂ ਨੇ, ਰਾਸ਼ਟਰ ਵਿਰੋਧੀ ਤਾਕਤਾਂ ਨੇ ਇਹਨੂੰ ਕਬਜ਼ਾ ਕਰ ਲਿਆ। ਜੀ ਇਹ ਦੋਨਾਂ ਦਾ ਆਪਾ ਵਿਰੋਧੀ ਆ। ਸੋ ਇਹ ਇਹਨਾਂ ਦੇ ਜਿਹੜੀ ਮਨਸ਼ਾ ਹਾਲੇ ਵੀ ਠੀਕ ਨਹੀਂ ਲੱਗਦੀ ਆ, ਪਰ ਜੇ ਕਿਸਾਨ ਸਿਆਸੀ ਆਗੂਆਂ ਤੋਂ ਦੂਰੀ ਬਣਾਈ ਰੱਖਣਗੇ ਤਾਂ ਕਾਮਯਾਬੀ ਜ਼ਰੂਰ ਮਿਲੂਗੀ। ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ ਵਿੱਚ ਇਹੋ ਜਿਹਾ ਇਸ਼ਾਰਾ ਜਿਹੋ ਜਿਹੀ ਤੁਸੀਂ ਗੱਲ ਕਰ ਰਹੇ ਸੀ, ਇਹੋ ਜਿਹਾ ਕੀਤਾ ਉਹਨਾਂ ਨੇ ਜੀ ਬਿਲਕੁਲ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ, ਤੇ ਇਸ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਫਿਰ ਸਵਾਗਤ ਕਰਦੇ ਹਾਂ ਜੀ ਵਿਚਾਰ ਚਰਚਾ ਪ੍ਰੋਗਰਾਮ ਵਿੱਚ। ਸ਼ੇਰਗਿੱਲ ਸਾਹਿਬ ਸਾਰੇ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਨੇ ਤੇ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਕਰੀ ਜਾਂਦੇ ਨੇ ਜੀ। ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਨੂੰ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਕਮੈਂਟਸ ਜਿਹੜੇ ਉਹਨਾਂ ਦੇ ਅਕਾਊਂਟ ਤੇ ਆਉਂਦੇ ਸੀ ਉਹ ਵੀ ਬੰਦ ਕਰ ਦਿੱਤੇ ਆ ਜੀ। ਔਰ ਇੱਕ ਪ੍ਰੈਸ ਕਾਨਫਰੰਸ ਨਹੀਂ ਉਹ ਕਰ ਸਕੇ ਅੱਜ ਤੱਕ ਜੀ। ਇੱਕ ਪ੍ਰੋਪਰ ਇੰਟਰਵਿਊ ਨਹੀਂ ਕਿਸੇ ਪੱਤਰਕਾਰ ਨੂੰ ਉਹ ਦੇ ਸਕੇ ਜੀ। ਪਰ ਮਨ ਕੀ ਬਾਤ ਉਹਨਾਂ ਦੀ ਲਗਾਤਾਰ ਜਾਰੀ ਹੈ ਤੇ ਉਹ ਆਪਣੇ ਕੰਮਾਂ 'ਚ ਬਿਜ਼ੀ ਨੇ। ਜੀ ਬਿਲਕੁਲ। ਤੇ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਕਿਹੜੀ ਬਾਤ ਕੀਤੀ ਹੈ ਸਾਨੂੰ ਦੱਸੋ। ਕਿਸਾਨਾਂ ਦੀ ਗੱਲ ਹੋਈ ਕਿ ਨਹੀਂ? ਜਿੱਥੋਂ ਤੱਕ ਮਨ ਕੀ ਬਾਤ ਦਾ ਸਵਾਲ ਆ, ਉਹ ਜਦੋਂ ਬੰਦਾ ਮਨ ਕੀ ਬਾਤ ਕਰਦਾ ਤਾਂ ਫਿਰ ਆਪਣੇ ਮਨ ਦੀ ਹੀ ਕਰੂਗਾ ਜੀ, ਜਨ ਕੀ ਬਾਤ ਨਹੀਂ ਕਰੂਗਾ ਜੀ। ਵਾਹ ਵਾਹ। ਔਰ ਦੇਸ਼ ਐਕਸਪੈਕਟ ਉਹਨਾਂ ਤੋਂ ਇਹੀ ਚਾਹੁੰਦਾ ਹਮੇਸ਼ਾ, ਜਦੋਂ ਵੀ ਮਨ ਕੀ ਬਾਤ ਕਰਦੇ ਆ ਉਹ, ਉਹਨਾਂ ਤੋਂ ਐਕਸਪੈਕਟੇਸ਼ਨ ਇਹੀ ਹੁੰਦੀ ਆ ਹਰੇਕ ਨਾਗਰਿਕ ਨੂੰ ਵੀ ਇਹ ਕਿਸੇ ਜਨ ਕੀ ਬਾਤ ਵੀ ਕਰ ਲੈਣ, ਪਰ ਨਹੀਂ, ਉਹ ਨਹੀਂ ਕਰਦੇ ਜੀ। ਹੁਣ ਵੀ ਉਹਨਾਂ ਨੇ ਇਸ ਅੰਦੋਲਨ ਦੌਰਾਨ 2 ਜਾਂ 3 ਵਾਰੀ ਮਨ ਕੀ ਬਾਤ ਕੀਤੀ ਆ, ਜਿਹਦੇ ਵਿੱਚ ਉਹਨਾਂ ਆਪਣੇ ਮਨ ਨੂੰ ਹੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਮਨ 'ਚ ਕੀ ਆ। ਮੈਂ ਤੁਹਾਡੇ ਲਈ ਜੇ ਕਿਸੇ ਕਾਨੂੰਨ ਬਣਾਇਆ ਤੇ ਤੁਹਾਡੇ ਭਲੇ ਲਈ ਬਣਾਇਆ, ਤੁਹਾਡੇ ਫਾਇਦੇ ਲਈ ਬਣਾਇਆ, ਤੁਸੀਂ ਇਹਨੂੰ ਕਿਉਂ ਨਹੀਂ ਐਕਸੈਪਟ ਕਰਦੇ? ਉਹ ਇਹਨਾਂ ਨੂੰ ਪੁੱਛਿਆ ਜਾਵੇ, ਜੇ ਕੋਈ ਬਾਪ ਦੇ ਕੋਲੋਂ ਉਹਦਾ ਪੁੱਤ ਜਾਂ ਧੀ ਕੋਈ ਖਿਡੌਣਾ ਮੰਗਦਾ ਤੇ ਜੇ ਉਹ ਮੰਗੇ ਵੀ ਮੈਂ ਬਾਪੂ ਟਰੈਕਟਰ ਲੈਣਾ, ਲੱਕੜ ਦਾ ਬਣਿਆ ਜਾਂ ਕੋਈ ਲੋਹੇ ਦਾ ਬਣਿਆ, ਵੀ ਮੈਂ ਤਾਂ ਇਹ ਚਲਾਉਣਾ, ਤੇ ਬਾਪੂ ਉਹਨੂੰ ਲੈ ਕੇ ਦੇ ਦੇਵੇ ਸਾਈਕਲ, ਤੇ ਬੱਚਾ ਖੁਸ਼ ਹੋ ਜਾਊ? ਬਿਲਕੁਲ ਨਹੀਂ। ਇਹ ਤਰੀਕੇ ਨਾਲ ਜੇ ਮੋਦੀ ਸਾਹਿਬ ਨੂੰ ਪੁੱਛਿਆ ਜਾਵੇ ਵੀ ਉਹ ਤਾਂ ਚਾਹੁੰਦੇ ਨਹੀਂ ਤੁਹਾਡੇ ਵਾਲੇ ਭਲੇ ਨੂੰ, ਉਹ ਤਾਂ ਕਹਿੰਦੇ ਵੀ ਸਾਨੂੰ ਜਿਹੜੀ ਹੁਣ ਆਮਦਨ ਮਿਲਦੀ ਆ ਘੱਟੋ ਘੱਟ ਇੰਨੀ ਹੀ ਰਹਿਣ ਦਿਓ, ਹੋਰ ਨਹੀਂ ਵਧਾਉਣੀ ਤਾਂ, ਕਿਉਂਕਿ ਤੁਸੀਂ ਤਾਂ 5 ਸਾਲ ਦਾ ਰੌਲਾ ਪਾਉਂਦੇ ਸੀਗੇ ਵੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ। ਹੁਣ ਉਹ ਇਸ ਤਰੀਕੇ ਨਾਲ ਦੁੱਗਣੀ ਕਰਨੀ ਸੀ, ਉਹ ਤਾਂ ਹੁਣ ਜ਼ਾਹਰ ਹੋਇਆ ਨਾ। ਮੈਨੂੰ ਤਾਂ ਲੱਗਦਾ ਉਹਨਾਂ ਨੂੰ ਯਾਦ ਵੀ ਨਹੀਂ ਹੋਣਾ, ਭੁੱਲ ਗਿਆ ਜੀ ਉਹ, ਕਿਉਂਕਿ 5 ਸਾਲ ਪਹਿਲਾਂ ਤਾਂ ਕਰਦੇ ਰਹੇ ਇਹ ਜੇ ਦੁੱਗਣੀ ਕਰਾਂਗੇ। ਪਰ ਉਹਨਾਂ ਦਾ ਰੱਟ ਜ਼ਰੂਰ ਇਹੀ ਆ, ਕਿਸਾਨਾਂ ਨੂੰ ਬੇਸ਼ੱਕ ਯਾਦ ਨਹੀਂ ਆ, ਪਰ ਉਹਨਾਂ ਦਾ ਰੱਟ ਜ਼ਰੂਰ ਇਹੀ ਆ ਵੀ ਅਸੀਂ ਕਿਸਾਨਾਂ ਦੀ ਆਮਦਨ 22 ਤੱਕ ਦੁੱਗਣੀ ਕਰ ਦੇਣੀ ਆ। ਸੋ ਜਿਹੜੀ ਗੱਲ ਤਰੀਕੇ ਨਾਲ ਕਰਨੀ ਆ। ਜੀ ਜੀ। ਜਿਹੜੀ ਗੱਲ ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਕਰ ਰਹੇ ਸੋ ਕਿ ਇਸ ਨੂੰ ਸਿਆਸੀ ਰੰਗਤ ਦਾ ਨਾਂ ਦਿੱਤਾ ਜਾ ਰਿਹਾ ਹੈ ਇਸ ਅੰਦੋਲਨ ਨੂੰ, ਉਹਨਾਂ ਨੇ ਇਹੋ ਜਿਹੀ ਵੀ ਕੋਈ ਗੱਲ ਕੀਤੀ ਹੈ? ਉਹਨਾਂ ਦਾ ਬਾਰ-ਬਾਰ ਇਹੀ ਕਹਿਣਾ ਆ ਵੀ ਵਿਰੋਧੀ ਪਾਰਟੀਆਂ ਜਿਹੜੀਆਂ ਕਿਸਾਨਾਂ ਨੂੰ ਭਰਮਾ ਰਹੀਆਂ ਹਨ। ਅੱਛਾ ਜੀ। ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਔਰ ਹੁਣ ਤਾਂ ਉਹਨਾਂ ਨੇ ਇਹ ਵੀ ਕਹਿਤਾ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਭਰਮ ਫੈਲਾਇਆ ਜਾ ਰਿਹਾ ਜੀ। ਜਿਹੜੀ ਚੀਜ਼ ਲਿਖਤੀ ਆ ਗਈ ਆ, ਹੁਣ ਇਹ ਤਾਂ ਹੈ ਨਹੀਂ ਵੀ ਜਿਹੜੇ ਅੱਜ ਦੇ ਕਿਸਾਨ ਆ ਉਹ ਅੱਜ ਤੋਂ 50 60 70 ਸਾਲ ਪੁਰਾਣੇ ਜਿਹੜੇ ਉਹ ਕਿਸਾਨ ਆ ਜਿਨ੍ਹਾਂ ਨੂੰ ਪੜ੍ਹਾਈ ਲਿਖਾਈ ਦਾ ਬਹੁਤਾ ਇਲਮ ਨਹੀਂ ਸੀ, ਪਰ ਅੱਜ ਤਾਂ ਜਿਹੜੇ ਕਿਸਾਨ ਆਗੂ ਇਹਨਾਂ ਦੇ ਮੂਹਰੇ ਡਟ ਕੇ ਖੜੇ ਆ, ਜਿਹੜੇ ਅਗਵਾਈ ਕਰ ਰਹੇ ਆ, ਉਹ ਕੋਈ ਵਕੀਲ ਆ, ਕੋਈ ਗ੍ਰੈਜੂਏਟ ਆ, ਕੋਈ ਵੱਡੀ ਡਿਗਰੀ ਹਾਸਲ ਕਰਕੇ ਬੈਠਾ ਜਿਹੜਾ ਉਹ ਆਗੂ ਆ, ਤੇ ਉਹ ਸਾਰੇ ਪੜ੍ਹ ਕੇ ਗਏ ਆ ਉੱਥੇ। ਉਹ ਤਾਂ ਕਹਿੰਦੇ ਵੀ ਸਾਨੂੰ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰੋ, ਸਾਨੂੰ ਦੱਸੋ ਸਹੀ ਵੀ ਇਹਦੇ ਨਾਲ ਕਿੱਥੇ ਕਿੱਥੇ ਫਾਇਦਾ ਹੋਇਆ। ਪਰ ਮੋਦੀ ਸਾਹਿਬ ਜਦੋਂ ਪਿਛਲੀ ਵਾਰੀ ਵੀ ਕੀਤੀ ਸੀ, ਉਹਨਾਂ ਨੇ ਫਿਰ ਮਹਾਰਾਸ਼ਟਰ ਦੇ ਇੱਕ ਕਿਸਾਨ ਦਾ ਜ਼ਿਕਰ ਕੀਤਾ ਸੀਗਾ, ਐਤਕੀ ਫਿਰ ਉਸੇ ਮਹਾਰਾਸ਼ਟਰ ਦੇ ਕਿਸਾਨ ਦਾ ਜ਼ਿਕਰ ਕੀਤਾ ਵੀ ਦੇਖੋ ਜੀ ਉਹਨਾਂ ਦੀ ਆਮਦਨ ਇੱਦਾਂ ਵੱਧ ਗਈ, ਉਹਨਾਂ ਨੂੰ ਪੈਸੇ ਨਹੀਂ ਸੀ ਮਿਲ ਰਹੇ ਸੀਗੇ, ਉਹਨਾਂ ਦੀ ਫਸਲ ਨੂੰ ਇੰਨੀ ਆਮਦਨ ਮਿਲ ਗਈ ਵੀ ਉਹ ਖੁਸ਼ ਹੋ ਗਿਆ, ਸੋ ਮੈਂ ਇਸੇ ਕਰਕੇ ਬਣਾਇਆ ਆ। ਹੁਣ ਮੈਂ ਇੱਕ ਬੀਬੀ ਨੂੰ ਸੁਣਦਾ ਸੀਗਾ ਜੀ ਉੱਥੇ ਮੋਰਚੇ ਦੇ ਉੱਤੇ ਜੀ, ਬਹੁਤੀ ਵੱਡੀ ਉਮਰ ਦੀ ਨਹੀਂ ਸੀ, ਹਲਕੀ ਉਮਰ ਦੀ ਸੀ, ਲੜਕੀ ਕਹਿ ਲਓ, ਤੇ ਉਹ ਸਾਫ਼ ਸ਼ਬਦਾਂ 'ਚ ਕਹਿ ਰਹੀ ਸੀਗੀ ਵੀ ਅਸੀਂ ਕਹਿੰਦੇ ਨਹੀਂ ਸਾਡਾ ਭਲਾ ਕਰ ਜੀ, ਤੇ ਤੂੰ ਕਿਉਂ ਕਰੀ ਜਾਂਦਾ? ਗੱਲ ਤੇ ਇਹ ਹੁੰਦੀ ਨਾ। ਹੁਣ ਆਪਣੇ ਘਰ ਕੋਈ ਮੰਨ ਲਓ ਬੰਦਾ ਆ ਜਾਵੇ, ਕੋਈ ਲੋੜਵੰਦ ਆ ਜਾਵੇ, ਜਿੰਨਾ ਚਿਰ ਉਹ ਸਾਨੂੰ ਕੋਈ ਆਪਣੀ ਲੋੜ ਨਹੀਂ ਦੱਸੂਗਾ ਵੀ ਮੈਨੂੰ ਆਹ ਚੀਜ਼ ਦੀ ਲੋੜ ਆ, ਪੈਸਿਆਂ ਦੀ ਜਾਂ ਕਿਸੇ ਕੰਮ ਦੀ, ਤਾਂ ਆਪਾਂ ਆਪਣੇ ਆਪ ਹੀ ਕਹੀ ਜਾਵਾਂਗੇ ਲੈ ਫੜ ਪੈਸੇ ਯਾਰ ਤੂੰ ਆਪਣੇ ਕੋਲ ਰੱਖੇ। ਠੀਕ ਹੈ ਗੱਲ। ਤੇ ਉਹ ਤਾਂ ਨਹੀਂ ਨਾ ਲਊਗਾ, ਧੱਕੇ ਨਾਲ ਭਲਾ ਕਰ, ਇਹ ਧੱਕੇ ਨਾਲ ਭਲਾ ਕਰਦੇ ਆ। ਜੋ ਧੱਕੇ ਨਾਲ ਭਲਾ, ਉਹ ਕਹਿੰਦੇ ਸਾਡਾ ਕਰਨ ਦੀ ਲੋੜ ਨਹੀਂ, ਸਾਡੇ ਕੋਲ ਤਾਂ ਜਿਹੜੀ ਆਮਦਨ ਹੁਣ ਹੁੰਦੀ ਆ ਇਸੇ ਨੂੰ ਹੀ ਬਰਕਰਾਰ ਰੱਖੋ, ਅਸੀਂ ਇਹਦੇ ਵਿੱਚ ਹੀ ਖੁਸ਼ ਆ।
ਸਾਨੂੰ ਆਮਦਨ ਹੋਰ ਵਧਾਉਣ ਦੀ ਲੋੜ ਨਹੀਂ ਸਾਡੀ। ਜੇ ਅਸੀਂ ਮਿਹਨਤ ਕਰਦੇ ਆ, ਪਹਿਲਾਂ ਤੋਂ ਕਰਦੇ ਆਏ ਆ, ਸਾਡੇ ਮਿਹਨਤਕਸ਼ ਲੋਕ ਆ, ਅਸੀਂ ਮਿਹਨਤ ਨਾਲ ਹੀ ਅੱਗੇ ਵਧਣਾ, ਤੁਸੀਂ ਆਮਦਨ ਆਪੇ ਵਧਾ ਲੈਣੀ ਆ, ਤੁਹਾਨੂੰ ਸਾਡੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆ। ਇਹ ਹੈਰਾਨੀ ਵਾਲੀ ਗੱਲ ਆ ਵੀ ਜਦੋਂ ਸਾਰੇ ਦੇਸ਼ ਵਿੱਚ ਕੋਈ ਕਾਨੂੰਨ ਬਣਦਾ ਆ, ਕਦੀ ਇਦਾਂ ਨਹੀਂ ਹੋਇਆ ਵੀ ਕਿਸੇ ਲਈ ਤੁਸੀਂ ਇੱਕਦਮ ਥੋਪ ਦਿਓ। ਠੀਕ ਹੈ, ਤੁਸੀਂ ਓਵਰਆਲ ਬਣਾਓ ਜੀ, ਓਵਰਆਲ ਬਣਾ ਕੇ ਇੰਡੀਆ 'ਤੇ ਲਾਗੂ ਕਰੋ, ਉਹ ਵੱਖਰੀ ਗੱਲ ਆ। ਤੁਸੀਂ ਇੱਕ ਖਿੱਤੇ ਨੂੰ ਪ੍ਰਮੁੱਖ ਰੱਖ ਕੇ ਉਹਨੂੰ ਧੱਕਣ ਲਈ, ਉਹਨੂੰ ਦਬਾਉਣ ਲਈ ਤੁਸੀਂ ਇਹ ਕਰਦੇ ਹੋ, ਤਾਂ ਫਿਰ ਆਪਣੇ ਆਪ ਹੀ ਇਹ ਰੋਹ ਦੀ ਆਵਾਜ਼ ਤੋਂ ਉੱਠਣੀ ਆ ਜੀ। ਬਿਲਕੁਲ ਜੀ। ਸੋ ਇਹ ਜਿਹੜਾ ਅੰਦੋਲਨ ਚੱਲ ਰਿਹਾ ਜੀ, ਇਸ ਦੇ ਵਿੱਚ ਹੋਰ ਵੀ ਕੁਝ ਲੋਕ ਬੋਲੇ ਨੇ ਜੀ। ਪ੍ਰਕਾਸ਼ ਜਾਵੜੇਕਰ ਨੇ ਕੁਝ ਇਹੋ ਜਿਹਾ ਬਿਆਨ ਦਿੱਤਾ ਹੈ ਕਿ ਦੇਖੋ ਜੀ ਝੋਨਾ ਪੂਰੇ ਮੁੱਲ ਤੇ ਵਿਕਿਆ ਹੈ, ਕਿਸਾਨ ਤੇ ਐਵੇਂ ਰੌਲਾ ਪਾ ਰਹੇ ਨੇ ਜੀ। ਤੇ ਉਹ ਕੀ ਜਰਾ ਉਸ ਦੇ ਬਾਰੇ ਥੋੜਾ ਜਿਹਾ ਵਿਸਥਾਰ ਸਾਨੂੰ ਦਿਓ, ਕੀ ਅਰਥ ਨਿਕਲਦਾ ਉਹਨਾਂ ਦੀ ਇਸ ਗੱਲ ਦਾ? ਦੇਖੋ ਜੀ, ਹੁਣ ਉਹਨਾਂ ਨੂੰ ਰਾਹ ਨਹੀਂ ਲੱਭਦਾ ਜੀ। ਦੁਪਹਿਰ ਤੋਂ ਲੈ ਕੇ ਰਾਤ ਤੱਕ ਤੇ ਰਾਤ ਤੋਂ ਲੈ ਕੇ ਸਵੇਰ ਤੱਕ ਮੀਟਿੰਗਾਂ ਕਰਨ ਡਏ ਆ ਜੀ। ਉਹਨਾਂ ਨੂੰ ਇਹੋ ਜਿਹੇ ਅੰਦੋਲਨ ਦੀ ਇਸ ਪੱਧਰ ਤੱਕ ਪਹੁੰਚਣ ਦੀ ਆਸ ਨਹੀਂ ਸੀ। ਬਿਲਕੁਲ। ਕਾਰਨ ਕੀ ਸੀਗਾ? ਸਰਕਾਰ ਦੀ ਰਣਨੀਤੀ ਹੁੰਦੀ ਆ। ਆਮ ਕਰਕੇ ਆਪਾਂ ਜਦੋਂ ਕਿਤੇ ਵੀ ਧਰਨਾ ਪ੍ਰਦਰਸ਼ਨ ਹੁੰਦਾ ਨਾ ਸੜਕਾਂ ਦੇ ਉੱਤੇ, ਤਾਂ ਦੁਨੀਆ ਜਿਹੜੀ ਆਮ ਰਾਹਗੀਰ ਆ, ਲੋਕਾਂ ਕੰਮ ਕਰਾਂ ਤੇ ਜਾਣ ਵਾਲੇ ਪਰੇਸ਼ਾਨ ਹੋ ਜਾਂਦੇ ਨੇ, ਉਹ ਪਰੇਸ਼ਾਨ ਹੋ ਜਾਂਦੇ ਆ ਤਾਂ ਗਾਲਾਂ ਕੱਢਣ ਲੱਗ ਪੈਂਦੇ ਆ ਜੀ। ਕਹਿੰਦੇ ਇਹ ਸਾਰਿਆਂ ਨੂੰ ਵਕਤ ਪਾਇਆ ਇਹਨਾਂ ਨੂੰ ਜਾਟ ਅੰਦੋਲਨ ਹੋਇਆ ਸੀ ਜੀ ਹਰਿਆਣੇ ਵਿੱਚ, ਹੁੰਦਾ ਹੈ ਨਾ ਉੱਥੇ ਜਦੋਂ ਗੁਜਰਾਂ ਨੇ ਕੀਤਾ ਸੀਗਾ ਤਾਂ ਵੀ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਸੀਗੇ। ਬਿਲਕੁਲ। ਇਹ ਐਸੀ ਮਿਸਾਲ ਪੈਦਾ ਕੀਤੀ ਆ ਇਸ ਕਿਸਾਨ ਅੰਦੋਲਨ ਨੇ ਬਈ ਲੋਕਾਂ ਨੇ ਇਹਨਾਂ ਨੂੰ ਗਾਲਾਂ ਕੱਢਣ ਦੀ ਬਜਾਏ ਆਪ ਉਹਨਾਂ ਦੀ ਮਦਦ ਕਰਨ ਨੂੰ ਤੁਰ ਪਏ ਆ। ਜਿਹੜੀ ਰਣਨੀਤੀ ਸਰਕਾਰ ਨੇ ਉਲੀਕੀ ਸੀਗੀ ਵੀ ਜੇ ਥੋੜਾ ਲੰਮਾ ਚੱਲ ਗਿਆ ਲੋਕਾਂ ਨੇ ਹੋ ਜਾਣਾ ਪਰੇਸ਼ਾਨ, ਉਹਨਾਂ ਨੇ ਆਵਾਜ਼ ਰੌਲਾ ਪਾਉਣ ਲੱਗ ਪੈਣਾ, ਸਾਨੂੰ ਕਾਰਵਾਈ ਦਾ ਮੌਕਾ ਮਿਲ ਜਾਣਾ। ਉਹ ਹੋਇਆ ਨਹੀਂ। ਇਹ ਹੋਰ ਆਰਗੇਨਾਈਜ਼ਡ ਹੋ ਗਿਆ। ਉਹ ਹੋਇਆ ਨਹੀਂ। ਉੱਥੋਂ ਤਾਂ ਤੁਸੀਂ ਦੇਖਿਆ ਹੋਣਾ ਲੋਕ ਦਿੱਲੀ ਦੇ ਕਿਸੇ ਨੇ ਖਿਲਾਫ ਤਾਂ ਕੀ ਬੋਲਣਾ, ਕੋਈ ਕੰਬਲ ਲੈ ਕੇ ਆ ਰਿਹਾ ਜੀ, ਕੋਈ ਕਿਸਾਨਾਂ ਲਈ ਚਾਹ ਲੈ ਕੇ ਆ ਰਿਹਾ, ਕੋਈ ਦੁੱਧ ਲੈ ਕੇ ਆ ਰਿਹਾ, ਲੜਕੀਆਂ ਤੱਕ, ਲੜਕੀਆਂ ਜਿਨ੍ਹਾਂ ਨੂੰ ਘਰਾਂ ਤੋਂ ਖਾਸ ਕਰ ਦਿੱਲੀ ਦੇ ਵਿੱਚ ਨਿਕਲਣਾ ਬਹੁਤ ਔਖਾ ਆ, ਜੋ ਹਾਲਾਤ ਆ ਉਹਦੇ ਵਿੱਚ ਕਿਸਾਨ ਉੱਥੋਂ ਦੇ ਲੜਕੀਆਂ ਲਈ ਬਹੁਤ ਉਹ ਅਸੁਰੱਖਿਅਤ ਮਹਿਸੂਸ ਕਰਦੀਆਂ। ਉਹ ਵੀ ਪੰਜਾਬੀ ਭਰਾਵਾਂ ਲਈ, ਆਪਣੇ ਕਿਸਾਨਾਂ ਲਈ ਦੁੱਧ, ਚਾਹ, ਬਿਸਕੁਟ ਜੋ ਬਣਦਾ ਲੈ ਕੇ ਆਉਂਦੇ ਆ। ਜਿੰਨੀ ਵੀ ਜਿਹਦਾ ਵੀ ਯੋਗਦਾਨ ਪਾਉਂਦਾ ਨਾ ਉਹ ਪਾ ਰਿਹਾ। ਹੁਣ ਜਦੋਂ ਉਹ ਰਣਨੀਤੀ ਫੇਲ ਹੋ ਗਈ ਤਾਂ ਫਿਰ ਇਹਨਾਂ ਆਗੂਆਂ ਦੇ ਕੋਲੋਂ ਸਵਾਏ ਬਿਆਨ ਦੇ ਤਾਂ ਕੁਛ ਰਹਿ ਨਹੀਂ ਜਾਂਦਾ। ਹੁਣ ਜਾਵੜੇਕਰ ਸਾਹਿਬ ਕਹਿ ਰਹੇ ਝੋਨਾ ਵੱਧ ਭਾਅ ਤੇ ਵਿਕਿਆ, ਤੇ ਜੇ ਝੋਨਾ ਵੱਧ ਭਾਅ ਤੇ ਵਿਕਿਆ ਤਾਂ ਵਿਕ ਵੀ ਤਾਂ ਕਈ ਹਜ਼ਾਰਾਂ ਟਨ ਵੱਧ ਗਿਆ ਨਾ, ਉਹ ਬਾਕੀ ਸਟੇਟਾਂ ਤੋਂ ਕਿੱਦਾਂ ਆ ਗਿਆ ਇੱਥੇ? ਠੀਕ ਹੈ ਗੱਲ। ਜੇ ਤੁਸੀਂ ਕਹਿੰਦੇ ਇੱਕ ਮੰਡੀ ਤਾਂ ਇੱਕ ਦੇਸ਼ ਹੋਵੇ ਤੇ ਫਿਰ ਬਾਕੀ ਸਟੇਟਾਂ ਵਾਲੇ ਕਿਉਂ ਲਿਆ ਕੇ ਇੱਥੇ ਵੇਚਦੇ ਆ? ਜੇ ਤੁਹਾਨੂੰ ਲੱਗਦਾ ਐਮਐਸਪੀ ਸਹੀ ਆ ਵੀ ਹਾਂ ਵੀ ਤੁਹਾਨੂੰ ਐਮਐਸਪੀ ਦਿੱਤੀ ਆ, ਐਮਐਸਪੀ ਕਰਕੇ ਤੁਹਾਨੂੰ ਲਾਭ ਮਿਲਿਆ, ਪੂਰਾ ਝੋਨੇ ਦੇ ਪੈਸੇ ਮਿਲੇ ਆ, ਤੇ ਇਹਨੂੰ ਕਾਨੂੰਨ 'ਚ ਪਾਉਂਦੇ ਕਿਉਂ ਨਹੀਂ ਜੀ? ਜੋਗਿੰਦਰ ਯਾਦਵ ਬੜੇ ਸੁਲਝੇ ਹੋਏ ਆਗੂ ਆ, ਉਹ ਵੀ ਕਹਿੰਦੇ ਸੀਗੇ ਵੀ ਠੀਕ ਆ, ਤੁਹਾਨੂੰ ਕਹਿੰਦੇ ਕਾਨੂੰਨ ਬਣਾਉਣ ਦਾ ਚਾਅ ਆ ਪ੍ਰਧਾਨ ਮੰਤਰੀ ਸਾਹਿਬ, ਬਣਾ ਲਓ, ਕੋਈ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਬਣ ਵੀ ਗਿਆ, ਸਾਨੂੰ ਪਤਾ ਤੁਸੀਂ ਅੜੀ ਆਪਣੇ ਤੇ ਅੜੇ ਆ ਜੀ। ਪਰ ਇਹਦੇ 'ਚ ਇੱਕ ਕੰਮ ਹੋਰ ਕਰ ਦਿਓ, ਗੱਲਬਾਤ ਦਾ ਜੋ ਸੱਦਾ ਦਿੰਦੇ ਸਾਨੂੰ, ਤੁਸੀਂ ਇਹਦੇ ਵਿੱਚ ਚੱਕ ਕੇ ਐਮਐਸਪੀ ਫਿਕਸ ਕਰ ਦਿਓ, ਮੰਡੀਕਰਨ ਫਿਕਸ ਕਰ ਦਿਓ। ਮੈਂ ਕਹਿੰਦਾ ਦਾਅਵੇ ਨਾਲ ਕਹਿੰਦਾ ਕਿਸਾਨ ਇੱਥੇ ਮੁੜ ਜਾਣਗੇ ਪਿੱਛੇ ਜੀ। ਪਰ ਉਹ ਕਰੇ ਕੌਣ? ਇੱਕ ਉਹਨਾਂ ਨੇ ਜੋਗਿੰਦਰ ਯਾਦਵ ਦਾ ਤੁਸੀਂ ਨਾਮ ਲਿਆ, ਉਹਨਾਂ ਨੇ ਗੱਲ ਬੜੀ ਇੱਕ ਵਧੀਆ ਕੀਤੀ ਹੈ ਜੀ। ਉਹ ਕਹਿੰਦੇ ਜੀ ਕਿ ਜਦੋਂ ਕੋਈ ਮੁਸਲਮਾਨ ਇਕੱਠੇ ਹੋ ਕੇ ਕੋਈ ਅੰਦੋਲਨ ਕਰਨ ਤੇ ਉਹ ਪਾਕਿਸਤਾਨੀ ਜੀ ਤੇ ਜਿਹਾਦੀ, ਤੇ ਜਦੋਂ ਪਗੜੀਆਂ ਵਾਲੇ ਕੋ ਅੰਦੋਲਨ ਕਰਨ ਤੇ ਉਹ ਖਾਲਿਸਤਾਨੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਦੁਸ਼ਯੰਤ ਗੌਤਮ ਨੇ ਜਦੋਂ ਕਿਹਾ ਨਾ, ਉਹ ਕਹਿੰਦਾ ਜੀ ਰਾਸ਼ਟਰ ਵਿਰੋਧੀ ਤਾਕਤਾਂ ਨੇ ਇਹਨਾਂ ਤੇ ਕਬਜ਼ਾ ਕਰ ਲਿਆ ਜੀ। ਹੁਣ ਉੱਥੇ ਦੱਸੋ, ਕਿਸਾਨ ਜਿਹੜੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ, ਤੁਹਾਡੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ, ਉਹ ਰਾਸ਼ਟਰ ਵਿਰੋਧੀ ਕਿੱਦਾਂ ਹੋ ਗਿਆ ਜੀ? ਉਹਦੇ ਵਿੱਚ ਉਹ ਲਾਗੇ ਸਿਆਸੀ ਆਗੂ ਤੱਕ ਕਿਸੇ ਨੂੰ ਭਿੜਕਣ ਨਹੀਂ ਦਿੱਤਾ ਉਹਨਾਂ ਨੇ, ਤੇ ਉਹਨਾਂ ਦੇ ਵਿੱਚ ਰਾਸ਼ਟਰੀ ਵਿਰੋਧੀ ਤਾਕਤਾਂ ਕਿੱਥੋਂ ਆ ਗਈਆਂ ਜੀ? ਇਹ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਰੰਗਤ ਦਿੱਤੀ ਗਈ ਆ। ਮੈਂ ਇਹਦੇ ਵਿੱਚ ਥੋੜਾ ਜ਼ਿਕਰ ਕਰ ਦਵਾਂ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਇਹਦੇ 'ਚ ਪਿੱਛੇ ਨਹੀਂ ਰਹੇ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਖਾਲਿਸਤਾਨੀ ਵਿੱਚ ਸ਼ਾਮਲ ਹੋ ਗਏ ਜੀ, ਔਰ ਇਹਦਾ ਬਹੁਤ ਜ਼ੋਰਦਾਰ ਵਿਰੋਧ ਹੋਇਆ। ਵੀ ਜਦੋਂ ਤੱਕ ਕੋਈ ਇੱਕ ਫਿਰਕੇ ਦੇ ਲੋਕ ਕਿਤੇ ਧਰਨਾ ਪ੍ਰਦਰਸ਼ਨ ਤੁਹਾਡੇ ਖਿਲਾਫ ਕਰ ਦੇਣ ਤਾਂ ਉਹਨਾਂ ਦੇ ਖਿਲਾਫ ਹੋ ਜਾਂਦਾ ਜੀ ਇਹ ਤਾਂ ਜੀ ਪਾਕਿਸਤਾਨ ਦੇ ISI ਦਾ ਹੱਥ ਆ ਜੀ। ਪਾਕਿਸਤਾਨ ਦੇ ਬੈਠੇ ਜਿਹੜੇ ਅੱਤਵਾਦੀ ਉਹ ਇਹਦੇ ਵਿੱਚ ਇਹਨੂੰ ਫਿਰਕੂ ਰੰਗਤ ਦੇ ਰਹੇ ਆ। ਕਿਸਾਨ ਵਿੱਚ ਤੇ ਹਰ ਵਰਗ ਸ਼ਾਮਲ ਆ। ਕਿਸਾਨ ਦੇ ਵਿੱਚ ਤਾਂ ਤੁਹਾਨੂੰ ਦੇਖਿਆ ਜਾਵੇ ਤਾਂ ਵਪਾਰੀ ਵੀ, ਆੜਤੀਏ ਵੀ, ਕਿਰਤੀ, ਮਜ਼ਦੂਰ, ਆਮ ਜਨ ਜਿਹੜੇ ਲੋਕ ਆ ਜਿਨ੍ਹਾਂ ਨੂੰ ਕੋਈ ਲਾਗਾ ਦੇਗਾ ਹੈ ਨਹੀਂ। ਮੈਂ ਤਾਂ ਕਈ ਇਹੋ ਜਿਹੇ ਬੰਦੇ ਸੁਣਿਆ, ਉਹ ਕਹਿੰਦੇ ਮੇਰੇ ਕੋਲ ਤਾਂ ਪੈਲੀ ਕੋਈ ਨਹੀਂ ਜੀ, ਮੇਰੇ ਕੋਲ ਇੱਕ ਸਰਸਾਈ ਵੀ ਹੈ ਨਹੀਂ ਖੇਤ ਦੀ, ਪਰ ਮੈਂ ਕਹਿੰਦਾ ਕਿਸਾਨਾਂ ਦੇ ਨਾਲ ਖੜਾ ਕਿਉਂਕਿ ਮੈਂ ਰੋਟੀ ਖਾਂਦਾ ਇਹਨਾਂ ਦੀ ਜ਼ਮੀਨ ਦੀ ਉਗਾਈ ਹੋਈ। ਠੀਕ ਹੈ ਜੀ। ਸੋ ਇਸ ਕਦਰ ਜਦੋਂ ਅੰਦੋਲਨ ਹੋ ਜਾਏ ਨਾ ਤਾਂ ਫਿਰ ਇਹਨਾਂ ਨੂੰ ਸਿਵਾਏ ਬਿਆਨਾਂ ਤੋਂ, ਸਿਵਾਏ ਰਾਸ਼ਟਰ ਵਿਰੋਧੀ ਕਹਿਣ ਤੋਂ ਹੋਰ ਕੋਈ ਚਾਰਾ ਨਹੀਂ ਲੱਭਦਾ ਜੀ। ਮਨੋਹਰ ਲਾਲ ਖੱਟਰ ਉਹਨਾਂ ਦੇ ਕੈਪਟਨ ਅਮਰਿੰਦਰ ਨਾਲ ਸੰਬੰਧ ਪਹਿਲਾਂ ਪਤਾ ਨਹੀਂ ਕਿਹੋ ਜਿਹੇ ਸਨ, ਪਰ ਹੋਰ ਖੱਟੇ ਹੋ ਗਏ ਨੇ ਸੰਬੰਧ ਉਹ। ਬਿਲਕੁਲ ਜੀ। ਤੇ ਉਹ ਕਿੰਨੀ ਕੁ ਖਟਾਸ ਹੈ ਇਸ ਬਾਰੇ ਉਹ ਸਾਨੂੰ ਦੱਸੋ ਜਰਾ। ਦੇਖੋ ਜੀ, ਪਹਿਲਾਂ ਤਾਂ ਇਹਨਾਂ ਨੇ ਜੋ ਕੰਮ ਕੀਤਾ ਰੋਕਣ ਦਾ, ਉੱਥੋਂ ਲੰਘੇ ਦਾ, ਉਹ ਤਾਂ ਪਹਿਲੀ ਗੱਲ ਤਾਂ ਦੇਸ਼ ਵਿਰੋਧੀ ਉਹੀ ਬਣਦਾ
ਜੀ ਕਿਉਂਕਿ ਆਮ ਜਦੋਂ ਬੰਦਾ ਕੋਈ ਧਰਨਾ ਪ੍ਰਦਰਸ਼ਨ ਜਨਤਕ ਪ੍ਰਾਪਰਟੀ ਤੇ ਰੋਡ ਤੇ ਕਰ ਦੇਵੇ ਨਾ ਤਾਂ ਅਦਾਲਤਾਂ ਵੀ 100 ਮੋਟੋ ਨੋਟਿਸ ਲੈ ਜਾਂਦੀਆਂ। ਖੈਰ ਹਜੇ ਤੱਕ ਅਦਾਲਤਾਂ ਵੀ ਚੁੱਪ ਆ, ਪਰ ਉਹ 100 ਮੋਟੋ ਨੋਟਿਸ ਲੈ ਜਾਂਦੀਆਂ ਜਾਂ ਫਿਰ ਕੋਈ ਪਟੀਸ਼ਨ ਪਾ ਦਿੰਦਾ ਕਿ ਜਨਤਕ ਪ੍ਰਾਪਰਟੀ ਜਿਹੜੀ ਆ ਇਹਦੇ ਤੇ ਪ੍ਰਦਰਸ਼ਨ ਵਗੈਰਾ ਨਹੀਂ ਕੀਤੇ ਜਾ ਸਕਦੇ, ਇਹਨੂੰ ਜ਼ਿਆਦਾ ਦੇਰ ਤੱਕ ਰੋਕੀ ਨਹੀਂ ਜਾ ਸਕਦੀ ਜੀ। ਪਰ ਜਦੋਂ ਸਰਕਾਰਾਂ ਖੁਦ ਹੀ ਰੋਡਾਂ ਨੂੰ ਪੱਟ ਦੇਣ, ਹਾਈਵੇ ਪੱਟ ਦੇਣ, ਔਰ ਜਿਹੜੇ ਹਾਈਵੇ ਪੱਟਣ ਵਾਲੀ ਗੱਲ ਤਾਂ ਮੈਂ ਸਾਬਕਾ ਫੌਜੀਆਂ ਤੋਂ ਸੁਣੀ ਆ, ਉਹ ਕਹਿੰਦੇ ਆ ਵੀ ਇਹੋ ਜੀ ਗੱਲ ਜਿਹੜੀ ਹੈ ਨਾ ਇਸ ਕਦਰ ਪਹੁੰਚਣ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਦੁਸ਼ਮਣ ਐਨ ਸਿਰ ਤੇ ਚੜ੍ਹਿਆ ਵੇ ਔਰ ਆਪਣੇ ਪੁਲ ਉਡਾ ਦੇਣੇ, ਉਹਨਾਂ ਦੇ ਲੰਘਣ ਦਾ ਰਸਤਾ ਬੰਦ ਕਰਨ ਲਈ ਹਾਈਵੇ ਸਾਨੂੰ ਤੋੜਨੇ ਪੈਂਦੇ ਆ। ਜੇ ਤਾਂ ਕਹਿੰਦੇ ਯੁੱਧ ਵਰਗੀ ਸਥਿਤੀ ਬਣਾਤੀ ਉਹਨਾਂ ਨਾਲ ਖੱਟਰ ਨੇ, ਤੇ ਉਹਦੇ ਲਈ ਸੁਭਾਵਿਕ ਹੀ ਆ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਸੀਗੇ, ਉਹਨਾਂ ਨੇ ਤਾਂ ਫਿਰ ਉਹਨਾਂ ਨਾਲ ਥੋੜਾ ਜਿਹਾ ਖਟਾਸ, ਤੁਸੀਂ ਹੁਣ ਸ਼ਬਦ ਵਰਤਿਆ ਤਾਂ ਉਹਦੇ ਵਿੱਚ ਹੋਰ ਖਟਾਸ ਤਾਂ ਜੁੜਨੀ ਹੀ ਸੀਗੀ। ਉਹਨਾਂ ਨੇ ਕਿਹਾ ਜੀ ਮੈਨੂੰ ਫੋਨ ਕੀਤਾ ਸੀ, ਇਹਨਾਂ ਦਾ ਫੋਨ ਨਹੀਂ ਮਿਲਿਆ, ਉਹ ਕੀ ਚੱਕਰ ਹੋਇਆ ਜੀ? ਦੇਖੋ ਜੀ, ਉਹਨਾਂ ਨੇ ਉਹ ਫੋਨ ਕਰਨ ਦੇ ਨਾਲ ਉਹਨਾਂ ਫੋਨ ਕਾਲ ਡਿਟੇਲ ਵੀ ਜਾਰੀ ਕਰ ਦਿੱਤੀ ਆ। ਕਿਹਨੇ ਜਾਰੀ ਕੀਤੀ? ਖੱਟਰ ਸਾਹਿਬ ਨੇ, ਬਈ ਮੈਂ ਫੋਨ ਕੀਤਾ ਸੀਗਾ ਤੇ ਮੇਰਾ ਫੋਨ ਚੁੱਕਿਆ ਨਹੀਂ ਇਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਨੇ। ਤੇ ਅਮਰਿੰਦਰ ਸਿੰਘ ਹੁਣੀ ਕਹਿੰਦੇ ਆ ਵੀ ਮੈਨੂੰ ਫੋਨ ਆਇਆ ਨਹੀਂ, ਕਹਿੰਦੇ ਜਦ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦਾ ਫੋਨ ਤੇ, ਗ੍ਰਹਿ ਮੰਤਰੀ ਦਾ ਫੋਨ ਆਇਆ ਮੈਂ ਗੱਲ ਕਰ ਸਕਦਾ, ਤੇ ਤੁਹਾਡੇ ਫੋਨ ਚੱਕਣ, ਉਹਨਾਂ ਨੇ ਤੇਰੇ ਕਿਹਾ ਮੈਂ ਤੁਹਾਡੇ ਵਰਤ ਰਿਹਾ, ਠੀਕ ਹੈ, ਤੇਰੇ ਫੋਨ ਚੱਕਣ ਤੋਂ ਮੈਨੂੰ ਕੀ ਤਕਲੀਫ ਹੋਊਗੀ? ਅੱਛਾ ਜੀ। ਅਗਲੀ ਗੱਲ ਜਿਹੜੀ ਉਹਨੇ ਤਲਖੀ ਇੱਥੋਂ ਤੱਕ ਸੀਗੀ ਨਾ ਵੀ ਉਹਨਾਂ ਨੇ ਇੱਕ ਸੀਐਮ ਦੀ ਆਪਾਂ ਗਰਿਮਾ ਕਹਿ ਲਈਏ, ਪਰ ਜਦੋਂ ਗੁੱਸੇ 'ਚ ਆਉਂਦਾ ਬੰਦਾ ਕਈ ਕੁਛ ਹੀ ਬੋਲ ਦਿੰਦਾ। ਉਹਨਾਂ ਨੇ ਕਿਹਾ ਵੀ ਤੈਨੂੰ ਤਕਲੀਫ ਕੀ ਸੀ ਜੇ ਤੇਰੇ ਵਿੱਚ ਹਰਿਆਣੇ ਵਿੱਚ ਦੀ ਕਿਸਾਨ ਮੇਰੇ ਲੰਘ ਕੇ ਚੱਲੇ ਸੀਗੇ। ਜੀ ਜੀ। ਇੱਥੇ ਮੈਂ ਇੱਕ ਰਾਹਤ ਇੰਦੌਰੀ ਸਾਹਿਬ ਦਾ ਬੜਾ ਵੱਡਾ ਸ਼ੇਰ ਹੈ ਜੀ ਉਹ ਜੀ। ਹਰ ਨਾਗਰਿਕ, ਉਹਨਾਂ ਨੇ ਕਿਹਾ ਸੀਗਾ, हर इंसान का खून शामिल है इस मिट्टी में, हिंदुस्तान किसी के बाप का थोड़ी है। हाँ हाँ हाँ। ਉਹ ਸ਼ਬਦ ਸ਼ਾਇਦ ਉਹਨਾਂ ਨੇ ਨਹੀਂ ਵਰਤੇ ਹੁਣ, ਤਾਂ ਮੈਂ ਇਹਦੇ ਵਿੱਚ ਰਾਹਤ ਇੰਦੌਰੀ ਸਾਹਿਬ ਬੜੇ ਵੱਡੇ ਮਹਾਨ ਸ਼ਾਇਰ ਹੋਏ ਆ, ਇੱਥੇ ਢੁਕਦੀ ਆ ਜੀ। ਜੇ ਹਰਿਆਣੇ ਦੇ ਵਿੱਚ ਦੀ ਲੰਘਦਾ ਸੀ ਵੀ ਤੁਹਾਡੇ ਇਕੱਲਿਆਂ ਦਾ ਹਰਿਆਣਾ ਥੋੜੀ ਆ, ਬਿਲਕੁਲ ਦੁਨੀਆ ਸਾਰੀ ਲੰਘਦੀ ਸੀਗੀ। ਠੀਕ ਹੈ ਜੀ। ਸੋ ਜੋ ਵਤੀਰਾ ਉਹਨਾਂ ਨੇ ਕੀਤਾ ਉਹਦੇ ਲਈ ਜਿਹੜਾ ਕੈਪਟਨ ਦਾ ਰਿਐਕਸ਼ਨ ਉਹ ਜਾਇਜ਼ ਸੀਗਾ। ਇੱਕ ਬ੍ਰੇਕ ਲੈਂਦੇ ਆ ਜੀ, ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ। ਫਿਰ ਤੋਂ ਸਵਾਗਤ ਕਰਦੇ ਹਾਂ ਜੀ ਵਿਚਾਰ ਚਰਚਾ ਪ੍ਰੋਗਰਾਮ ਵਿੱਚ। ਸ਼ੇਰਗਿੱਲ ਸਾਹਿਬ, ਮਨੋਹਰ ਲਾਲ ਖੱਟਰ ਦੀ ਗੱਲਬਾਤ ਕਾਫੀ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤੇ ਬੜੀ ਹਾਸੋਹੀਣੀ ਗੱਲ ਹੈ ਕਾਲ ਡਿਟੇਲ ਜਾਰੀ ਕਰਨੀ। ਤੁਸੀਂ ਇੱਕ ਨਾਲ ਦੇ ਗੁਆਂਢੀ ਸੂਬੇ ਦੇ ਇੱਕ ਮੁੱਖ ਮੰਤਰੀ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤੇ ਕਾਲ ਡਿਟੇਲ ਜਾਰੀ ਕਰਨੀ ਹੈ, ਤੁਸੀਂ ਤੇ ਗੱਡੀ ਚੁੱਕੋ ਤੇ ਮਿਲ ਲਓ। ਨਾਲ ਹੀ ਤਾਂ ਰਹਿੰਦੇ ਜੀ, ਚੰਡੀਗੜ੍ਹ ਕਿਹੜਾ ਦੂਰ ਹੈ ਜੀ, ਇੱਕੋ ਰਾਜਧਾਨੀ ਆ। ਹਾਂਜੀ, ਬੜੀ ਬਚਕਾਨਾ ਜੀ ਗੱਲਬਾਤ ਉਹਨਾਂ ਨੇ ਕੀਤੀ। ਬਿਲਕੁਲ ਜੀ। ਨਾਲੇ ਕਾਲ ਡਿਟੇਲ ਤਾਂ ਆਇਆ ਵੀ ਕ੍ਰਾਈਮ ਵਾਲਾ ਕੰਮ ਕੀਤਾ ਹੋਵੇ ਨਾ, ਫਿਰ ਪੁਲਿਸ ਤੋਂ ਕਾਲ ਡਿਟੇਲ ਕਢਾਉਂਦੇ ਹੁੰਦੇ ਆ। ਤੁਸੀਂ ਆਪ ਦਾ ਸਬੂਤ ਕਿਉਂ ਦੇਣ ਦੇ ਮੈਂ ਕਾਲ ਡਿਟੇਲ ਕੀਤੀ? ਕਿਹਨੂੰ ਕੀਤੀ ਹੈ? ਤੁਸੀਂ ਦੁਬਾਰਾ ਫੋਨ ਕਰ ਲਓ ਵੀ ਲੈ ਭਾਈ ਮੈਂ ਹੁਣ ਕਰ ਲੈਣਾ, ਪਰ ਕੈਪਟਨ ਸਾਹਿਬ ਤਾਂ ਕਹਿੰਦੇ ਮੈਂ ਤਾਂ ਨਹੀਂ ਚੁੱਕਦਾ ਹੁਣ, ਮੇਰੇ ਪਹਿਲਾਂ ਕਿਸਾਨਾਂ ਤੋਂ ਮਾਫੀ ਮੰਗੇ। ਠੀਕ ਹੈ। ਜੋ ਹਾਲ ਮੇਰੇ ਕਿਸਾਨਾਂ ਵਾਲੇ ਨੇ ਜਦੋਂ ਵਰਤਾਅ ਕੀਤਾ ਆ ਉਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਦਾ, ਇਹਦੇ ਲਈ ਮਾਫੀ ਮੰਗੇ ਤਾਂ ਫਿਰ ਮੈਂ ਤੇਰਾ ਫੋਨ ਚੁੱਕੂੰਗਾ, ਹੁਣ ਨਹੀਂ ਚੁੱਕਦਾ। ਅਸੀਂ ਕਿਸਾਨਾਂ ਦੇ ਮੁੱਦੇ ਤੇ ਇਹ ਵੀ ਗੱਲ ਕਰਨੀ ਹੈ ਕਿ ਜਿਹੜਾ ਸੱਦਾ ਦਿੱਤਾ ਗਿਆ ਕੇਂਦਰ ਵੱਲੋਂ, ਕਿਸ ਤਰ੍ਹਾਂ ਦਾ ਸੱਦਾ ਹੈ, ਲਿਖਤੀ ਹੈ, ਜ਼ਬਾਨੀ, ਇਹ ਵੀ ਕਰਾਂਗੇ ਜੀ। ਉਸ ਤੋਂ ਪਹਿਲਾਂ ਇੱਕ ਫਿਲਮ ਨਗਰੀ ਦੀ ਇੱਕ ਬੀਬੀ ਹੈ ਜੀ, ਜਿਸ ਦੀ ਇੱਕ ਪਿੱਛੇ ਜਿਹੇ ਫੋਟੋ ਜਿਹੜੀ ਮਸ਼ਹੂਰ ਹੋਈ ਸੀ ਕਿ ਝਾਂਸੀ ਦੀ ਰਾਣੀ ਫਿਲਮ ਦੇ ਵਿੱਚੋਂ ਪਲਾਸਟਿਕ ਦੇ ਘੋੜੇ ਤੇ ਚੜੀ ਹੋਈ ਸੀ ਤੇ ਆਪਣੇ ਆਪ ਨੂੰ ਵੈਸੇ ਝਾਂਸੀ ਦੀ ਰਾਣੀ ਉਹ ਸਮਝਦੀ ਸੀ। ਬਿਲਕੁਲ ਜੀ, ਬਿਲਕੁਲ। ਖੈਰ ਉਸ ਦਾ ਆਪਣਾ ਵੀ ਕਸ਼ਮਕਸ਼ ਚੱਲਦੀ ਰਹਿੰਦੀ ਹੈ ਮਹਾਰਾਸ਼ਟਰ ਦੀ ਸਰਕਾਰ ਦੇ ਨਾਲ, ਹੁਣ ਅਦਾਲਤਾਂ ਵੀ ਸ਼ਾਮਲ ਹੋ ਗਈਆਂ ਨੇ। ਅਸੀਂ ਉਧਰ ਨੂੰ ਬਹੁਤਾ ਨਾ ਜਾਈਏ, ਉਹ ਕਈ ਵਾਰੀ ਇੰਨੀ ਸਿਆਣੀ ਬਣ ਜਾਂਦੀ ਹੈ ਕਿ ਦੂਰ ਦੂਰ ਤੋਂ ਕਿਤੇ ਮੁੱਦਿਆਂ ਤੇ ਕਮੈਂਟ ਕਰਨ ਲੱਗ ਪੈਂਦੀ ਹੈ। ਬਿਲਕੁਲ ਜੀ। ਤੇ ਉਹਨੇ ਕੀ ਕਮੈਂਟ ਕੀਤਾ ਤੇ ਉਹਨੂੰ ਕਿਹੋ ਜਿਹੇ ਜਵਾਬ ਮਿਲੇ ਨੇ? ਇਹਦੇ 'ਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਲੋੜ ਤੋਂ ਵੱਧ ਜਿਹੜਾ ਆਤਮ ਵਿਸ਼ਵਾਸ ਆ ਨਾ ਉਹ ਬੰਦੇ ਨੂੰ ਲੈ ਡੁੱਬਦਾ ਜੀ। ਉਹ ਇਹੀ ਹਾਲ ਹੋ ਰਿਹਾ ਕੰਗਣਾ ਦਾ ਜੀ। ਮੂੰਹ ਫੱਟ ਲੜਕੀ ਆ, ਇਹਨੂੰ ਕਿਤੇ ਪਤਾ ਨਹੀਂ ਕੀ ਕਦੋਂ ਕੀ ਬੋਲਣਾ ਜੀ। ਪਹਿਲਾਂ ਤਾਂ ਇਹਨੇ ਮਹਾਰਾਸ਼ਟਰ ਸਰਕਾਰ ਨਾਲ ਸਿੰਘ ਫਸਾਈ ਰੱਖਿਆ ਜੀ, ਉੱਥੇ ਉਹਨਾਂ ਨੂੰ ਕਹਿ ਤਾ ਪਾਕਿਸਤਾਨ POK ਕਈ ਕੁਝ ਬੋਲੇ। ਵੈਸੇ ਸਿੰਘ ਉਹਨਾਂ ਦੇ ਵੀ ਬੜੇ ਤਿੱਖੇ ਨੇ, ਹੈ ਤਿੱਖੇ, ਤਾਂ ਹੀ ਤਾਂ ਉੱਥੋਂ ਮੂੰਹ ਮੋੜਿਆ ਜੀ। 2-3 ਵਾਰੀ ਵਾਰੰਟ ਜਾਰੀ ਕੀਤੇ, ਫਿਰ ਜਾਂ ਤਾਂ ਜਾਵੇ ਨਾ, ਜਾ ਉੱਥੋਂ, ਫਿਰ ਹਾਈ ਕੋਰਟ ਤੋਂ ਫਿਰ ਰਾਹਤ ਕਿਉਂ ਲੈ ਰਹੀ ਆ ਜੀ? ਜਾਂ ਤਾਂ ਸਾਹਮਣਾ ਕਰੋ, ਪੇਸ਼ ਹੋਏ ਉੱਥੇ, ਜਦ ਸਿੰਘ ਫਸਾਏ ਆ ਸਿੰਘ ਫਸਾਈ ਲਿਆ ਤਾਂ ਫਿਰ ਉਹ ਕਹਿੰਦੇ ਹੁੰਦੇ ਓਕਲੀ 'ਚ ਸਿਰ ਦਿੱਤਾ ਤਾਂ ਫਿਰ ਮੁਸਲਿਆਂ ਦਾ ਕੀ ਡਰ। ਉਹ ਗੱਲ ਹੈ ਵੀ ਜੋ ਸਿੰਘ ਫਸਾ ਲਿਆ ਤਾਂ ਪੂਰੀ ਤਰ੍ਹਾਂ ਸਿੰਘ ਫਸਾ। ਪਰ ਜਿਹੜੀ ਹੁਣ ਦੀ ਟਵੀਟ ਕਰਕੇ ਉਹਨਾਂ ਨੇ ਜਿਹੜਾ ਨਾ ਕਿਸਾਨਾਂ ਦੇ ਹਿਰਦਿਆਂ ਦੇ ਉੱਤੇ ਇੱਕ ਸੱਟ ਮਾਰੀ ਆ, ਉਹ ਬੇਹੱਦ ਨਿੰਦਣਯੋਗ ਹੈ। ਉਹਨੇ ਕੁਛ ਨਹੀਂ ਸੋਚਿਆ ਵੀ ਮੈਂ ਕੀ ਬੋਲਣ ਲੱਗੀ ਕੀ ਨਹੀਂ। ਆਮ ਕਰਕੇ ਜੇ ਇਹਦੇ ਨਾਲ ਦੇਖਿਆ ਜਾਵੇ ਤਾਂ ਜਿਹੜੇ ਇੱਦਾਂ ਦੇ ਲੋਕ ਆ ਨਾ, ਉਹ ਸੁਰਖੀਆਂ 'ਚ ਰਹਿਣ ਲਈ ਇਹੋ ਜਿਹਾ ਬਿਆਨਬਾਜ਼ੀ ਜ਼ਰੂਰ ਕਰ ਦਿੰਦੇ ਆ ਵੀ ਮੇਰਾ ਰੌਲਾ ਪੈਂਦਾ ਰਹੇ। ਕਿਉਂਕਿ ਉੱਦਾਂ ਤਾਂ ਹੁਣ ਉਹਦੇ ਇੰਨੇ ਕੁ ਖਿਲਾਫ ਬਾਲੀਵੁੱਡ ਦੇ ਵੀ ਹੋ ਗਏ ਆ, ਹੁਣ ਪੰਜਾਬੀ ਜਿਹੜੇ ਸਿਨੇਮੇ ਦੇ ਲੋਕ ਆ ਉਹਨਾਂ ਨੇ ਵੀ ਕਹਿਤਾ ਵੀ ਇਹਦਾ ਬਾਈਕਾਟ ਕੀਤਾ ਜਾਵੇ ਜੀ। ਹੁਣ ਦੇਖੋ ਤੁਸੀਂ, ਬਿਲਕਿਸ ਬਾਨੋ ਹੋਈ ਆ ਜਿਹੜੀ ਸ਼ਾਹੀਨ ਬਾਗ ਦੀ ਨਾਇਕ ਬਣ ਕੇ ਉਤਰੀ ਸੀ ਜਦੋਂ NRC ਦੇ ਖਿਲਾਫ ਲੰਬਾ ਚੱਲਿਆ ਸੀ, ਉਹਨੂੰ ਟਾਈਮ ਮੈਗਜ਼ੀਨ ਵਾਲੇ ਨੇ ਵੀ ਪ੍ਰਮੁਖਤਾ ਦਿੱਤੀ ਸੀ, ਜਿਹਨੂੰ ਦੇਖ ਕੇ
ਭਾਰਤ ਦੇ ਜਿਹੜੇ ਵੱਡੇ ਵੱਡੇ ਲੀਡਰ ਆ, ਖਾਸ ਕਰ ਭਾਜਪਾ ਦੇ, ਉਹ ਤਿਲ ਮਿਲਾ ਉੱਠੇ ਸੀਗੇ ਵੀ ਟਾਈਮ ਮੈਗਜ਼ੀਨ ਨੇ ਉਹਨੂੰ ਬਿਲਕਿਸ ਬਾਨੋ ਨੂੰ ਕਿਉਂ ਦੇ ਦਿੱਤਾ। ਜੀ ਖੈਰ ਉਹਨਾਂ ਦੀ ਆਪਣੀ ਸੋਚ ਆ, ਆਪਣਾ ਉਹਨਾਂ ਦਾ ਸਰਵੇਖਣ ਆ, ਆਪਣੀ ਉਹਨਾਂ ਦੀ ਦੇਖਣੀ ਆ, ਜਿਹਨੂੰ ਕਰਕੇ ਉਹਨਾਂ ਨੇ ਉਹਨੂੰ ਇਹਦਾ ਹਾਈਲਾਈਟ ਕਰਤਾ। ਉਹ ਇਹਨਾਂ ਦੇ ਹਿਸਾਬ ਨਾਲ ਨਹੀਂ ਨਾ, ਉਹ ਇਹਦੇ ਹਿਸਾਬ ਨਹੀਂ ਚੱਲ ਸਕਦੇ, ਕਿਉਂਕਿ ਜੇ ਉਹ ਮੋਦੀ ਨੂੰ ਇਹਦਾ ਹਾਈਲਾਈਟ ਕਰ ਸਕਦੇ ਟਾਈਮ ਮੈਗਜ਼ੀਨ ਦੇ ਉੱਪਰ ਵੀ ਅੱਜ ਦਾ ਲੀਡਰ ਜਿਹੜਾ ਨਰਿੰਦਰ ਮੋਦੀ ਆ, ਤੇ ਜੇ ਡਿਵਾਈਡਰ ਇਨ ਚੀਫ, ਜੇ ਅੰਦੋਲਨਾਂ ਦੇ ਵਿੱਚ ਉਹ ਬਿਲਕਿਸ ਬਾਨੋ ਨੂੰ ਉਭਾਰ ਸਕਦਾ, ਤੇ ਫਿਰ ਤਾਂ ਉਹਨਾਂ ਦੀ ਆਪਣੀ ਸੋਚ ਹੈ ਨਾ, ਇਹਨਾਂ ਦੇ ਨਾਲ ਥੋੜੀ ਚੱਲੂਗੀ। ਬਿਲਕੁਲ ਬਿਲਕੁਲ। ਉਸ ਔਰਤ ਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਗਈ, ਬਠਿੰਡੇ ਜ਼ਿਲ੍ਹੇ ਦੀ ਇੱਕ ਮਹਿੰਦਰ ਕੌਰ ਨਾਂ ਦੀ ਬੀਬੀ, ਬਜ਼ੁਰਗ ਔਰਤ ਹੈ, 80 ਸਾਲ ਤੋਂ ਉੱਪਰ, ਵਾਹ, ਕੰਮ ਕਰਦੀ ਕਿਰਤੀ, ਉਹ ਖੇਤੀਬਾੜੀ ਨਾਲ ਇੰਨੀ ਕੁ ਜੁੜੀ ਹੋਈ ਆ ਵੀ ਕੰਮ ਕਰਦੇ ਕਰਦੇ ਆਪਣੇ ਸਰੀਰ ਦਾ ਜਿਹੜਾ ਕੁੱਬ ਪੈ ਗਿਆ, ਤੇ ਉਹਦਾ ਜਿਹੜਾ ਸਰੀਰ, ਉਸ ਦਿੱਖ ਜਿਹੜੀ ਆ ਉਹ ਬਿਲਕਿਸ ਬਾਨੋ ਨਾਲ ਮਿਲਦੀ ਜੁਲਦੀ ਸੀ। ਇੱਕ ਗੌਤਮ ਯਾਦਵ ਆ, ਅੱਛਾ, ਉਹਨੇ ਕਿਤੇ ਚੱਕ ਕੇ ਦੋਹਾਂ ਦੀ ਫੋਟੋਆਂ ਟਵੀਟ ਕਰਤੀਆਂ ਵੀ ਆ ਦੇਖੋ ਜੀ, ਇੱਕੋ ਬੀਬੀ ਦੋਨੋਂ ਥਾਂ ਫਿਰਦੀ ਆ। ਇਹ ਭਦਰਪੁਰ ਚ ਕੌਣ ਹੈ ਜੀ? ਇਹ ਵੀ ਇਹਨਾਂ ਦਾ ਭਗਤ ਹੀ ਹੋਊਗਾ, ਟਵਿੱਟਰ ਤੇ ਹੀ ਟ੍ਰੈਂਡ ਕਰ ਗਿਆ ਜੀ। ਠੀਕ ਹੈ ਜੀ, ਠੀਕ। ਕਿਸੇ ਸਿੰਪਲ ਬੰਦੇ ਨੇ ਚੱਕ ਕੇ ਪਾਤਾ, ਹੋ ਸਕਦਾ ਸਰਕਾਰ ਦਾ ਹੀ ਭਗਤੀ, ਮੈਂ ਕਹਿਤਾ ਭਗਤੀ ਹੋਣਾ ਜੀ, ਜਿਹਨੇ ਇਸ ਤਰੀਕੇ ਨਾਲ ਸ਼ੋਅ ਕਰਤਾ, ਉਹਨੂੰ ਲੈ ਕੇ ਇਹਨੇ ਰੀਟਵੀਟ ਕਰਕੇ ਉਹਦੇ ਉੱਤੇ ਕਮੈਂਟ ਪਾਤਾ ਜੀ, ਔਰ ਕਮੈਂਟ ਵੀ ਇੰਨਾ ਭੱਦਾ ਪਾਇਆ ਵੀ ਜਿਹੜਾ ਬੰਦਾ ਸੋਚ ਵੀ ਨਹੀਂ ਸਕਦਾ ਵੀ ਜੇ ਉਹ ਵਾਕਈ ਲੱਗਦੀ ਆ, ਆਪਣੇ ਆਪ ਨੂੰ ਕਹਿੰਦੀ ਆ ਵੀ ਮੈਂ ਵੀ ਇੱਕ ਮਜ਼ਦੂਰ ਜਾਂ ਕਿਰਤੀ ਪਰਿਵਾਰ ਦੇ ਵਿੱਚੋਂ ਆ, ਤਾਂ ਫਿਰ ਉਹ ਇਹੋ ਜਿਹਾ ਕਰਦਾ ਸ਼ੋਭਾ ਨਹੀਂ ਸੀ ਦਿੰਦਾ ਜੋ ਉਹਨੇ ਕਰਤਾ। ਰਾਈਟ। ਉਹਦੇ ਲਈ ਜਿਹੜੀ ਰਿਐਕਸ਼ਨ ਜੋ ਹੋਇਆ ਨਾ, ਉਹਨੇ ਉਸ ਵੇਲੇ ਫਟਾਫਟ ਟਵੀਟ ਹਟਾ ਤਾਂ ਦਿੱਤਾ, ਡਿਲੀਟ ਤਾਂ ਕਰਤਾ, ਪਰ ਇੰਨਾ ਉਹ ਵਾਇਰਲ ਹੋ ਗਿਆ ਸੀਗਾ ਵੀ ਉਹਨੂੰ ਹੁਣ ਜਵਾਬ ਨਹੀਂ ਲੱਭ ਰਿਹਾ ਮੈਂ ਕਿੱਦਾਂ ਦੇਵਾਂ ਜੀ। ਉਸ ਔਰਤ ਦੀ ਜੇ ਜ਼ਿਕਰ ਕਰਾਂ ਥੋੜ੍ਹਾ ਜਿਹਾ ਮੈਂ, ਤਾਂ ਉਹ ਮਹਿੰਦਰ ਕੌਰ ਨਾਂ ਦੀ ਔਰਤ, ਹਾਲੇ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ 7 ਲੱਖ ਦਾ ਕਰਜ਼ਾ ਆ। ਅੱਛਾ ਜੀ। ਤੇ ਜਿਹੜਾ ਉਹਦਾ ਪਤੀ ਆ, ਉਹ ਵੀ ਵਿਚਾਰਾ ਜਦੋਂ ਇਸ ਗੁਰਬਤ ਭਰੀ ਜ਼ਿੰਦਗੀ ਦੇ ਵਿੱਚੋਂ ਨਸ਼ੇ ਤਸਕਰੀ ਦੇ ਰਾਹ ਨੂੰ ਤੁਰਿਆ ਸੀਗਾ, ਉੱਥੇ ਇਹ ਢਾਲ ਬਣ ਕੇ ਖੜ ਗਈ ਸੀ ਵੀ ਨਹੀਂ, ਮੈਂ ਤੇਰੇ ਨਾਲ ਜਾ ਕੇ ਮਿਹਨਤ ਕਰਾਂਗੀ, ਇਹ ਕੰਮ ਨਹੀਂ ਆਪਾਂ ਕਰਨਾ, ਮਿਹਨਤ ਕਰਕੇ ਖਾ ਲਈਏ, ਚਾਹੇ ਥੋੜੀ ਖਾਈਏ, ਅੱਧੀ ਖਾਈਏ, ਪਰ ਇਹ ਰਸਤਾ ਮੈਂ ਨਹੀਂ ਤੁਹਾਨੂੰ ਚੁਣਨ ਦੇਣਾ। ਔਰ ਉਸ ਰਸਤੇ ਤੇ ਉਹਦਾ ਪਤੀ ਵੀ ਨਾਲ ਤੁਰ ਪਿਆ। ਇਸ ਵੇਲੇ ਉਹ ਸਬਜ਼ੀਆਂ ਦੀ ਕਾਸ਼ਤ ਕਰਦੀ ਆ, ਸਵੇਰੇ ਜਾ ਕੇ ਸਬਜ਼ੀਆਂ ਕੱਟ ਕੇ ਜਾ ਕੇ ਮੰਡੀ 'ਚ ਆਪ, ਉਹਦਾ ਬੇਟਾ ਆ ਗੁਰਦਾਸ, ਉਹ ਨਾਲ ਜਾ ਕੇ ਉੱਥੇ ਵੇਚ ਕੇ ਆਉਂਦੇ ਆ, ਕਿਰਤ ਕਰਦੇ ਆ, ਬੜੀ ਵਧੀਆ ਜ਼ਿੰਦਗੀ ਉਹਨਾਂ ਦੀ ਲੰਘ ਰਹੀ ਆ। ਔਰ ਉਹਨੇ ਇਹ ਦੇਖਿਆ ਵੀ ਕਿਸਾਨਾਂ ਦਾ ਜਿਹੜਾ ਅੰਦੋਲਨ ਆ, ਅੱਜ ਦੇ ਦਿਨ 'ਚ ਨਹੀਂ, ਪਹਿਲਾਂ ਵੀ ਜਦੋਂ ਕਿਸਾਨਾਂ ਦੇ ਹੱਕ 'ਚ ਕਦੇ ਵੀ ਆਵਾਜ਼ ਉੱਠੀ ਆ, ਤੇ ਉਹ ਸਭ ਤੋਂ ਮੋਹਰੀ ਹੋ ਕੇ ਰਹੀ ਆ। ਹੁਣ ਵੀ ਉਹ ਪੂਰੇ ਕਾਫਲੇ ਦੇ ਨਾਲ ਉੱਥੇ ਪਹੁੰਚੀ ਆ, ਔਰ ਉਹਨੇ ਕਿਹਾ ਵੀ ਮੇਰੀ ਜ਼ਿੰਦਗੀ ਜਿਹੜੀ ਆ ਉਹ ਕਿਸਾਨਾਂ ਦੇ ਲੇਖੇ ਆ, ਕਿਉਂਕਿ ਮੈਂ ਜਦੋਂ ਵਿਆਹੀ ਆਈ ਸੀ ਇਸ ਘਰ ਦੇ ਵਿੱਚ, ਇੰਨੀ ਕੁ ਗਰੀਬੀ ਸੀ, ਕੱਚੇ ਘਰ ਸੀਗੇ, ਲੇਪ ਕੇ ਮੈਂ ਆਪਣੇ ਘਰ ਤਿਆਰ ਕੀਤੇ ਆ, ਪਰ ਹੁਣ ਜਦੋਂ ਮਾੜੀ ਮੋਟੀ ਸੁਰਗੀ ਆਈ ਆ, ਤਾਂ ਮੈਂ ਆਪਣੇ ਆਪ ਨੂੰ ਕਿਸਾਨਾਂ ਦੇ ਲੇਖੇ ਲਾਉਣਾ, ਪਰ ਕਰਜ਼ਾ ਜ਼ਰੂਰ ਮੇਰੇ ਸਿਰ ਤੇ ਹੈਗਾ ਆ, ਪਰ ਮੈਂ ਨਹੀਂ ਚਾਹੁੰਦੀ ਵੀ ਮੇਰੀ ਆਉਣ ਵਾਲੀ ਪੀੜ੍ਹੀ ਇਸੇ ਤਰੀਕੇ ਨਾਲ ਗੁਰਬਤ ਚੋਂ ਲੰਘੇ। ਉਸ ਔਰਤ ਨੂੰ ਇਸ ਤਰੀਕੇ ਨਾਲ ਕਮੈਂਟ ਕਰਕੇ ਕਹਿਣਾ, ਇਹ ਬੇਹੱਦ ਭੱਦਾ ਆ। ਇਹਦੇ ਖਿਲਾਫ ਜੇ ਕਿਸੇ ਨੇ ਪਟੀਸ਼ਨ ਪਾਈ, ਮੈਨੂੰ ਲੱਗਦਾ ਵੀ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਜਿਹੜੇ ਆਗੂ ਆ, ਉਹਨਾਂ ਨੂੰ ਉਹਦੇ ਖਿਲਾਫ ਕਾਰਵਾਈ ਕਰਾਉਣੀ ਚਾਹੀਦੀ ਆ। ਇਹ ਬਹੁਤ ਹੀ ਨਿੰਦਣਯੋਗ ਹੈ ਜੀ। ਸੋ ਕੰਗਨਾ ਰਣੌਤ ਨੂੰ ਜਵਾਬ ਮਿਲਿਆ ਜੀ ਇਸ ਮੁੱਦੇ ਤੇ, ਉਹਨੇ ਇਸ ਨੂੰ ਰੀਟਵੀਟ ਕੀਤਾ ਕਿ ਉਹਨੇ ਕੋ ਆਪਣੇ ਤੌਰ ਤੇ, ਉਹਨੇ ਉਹ ਜਿਹੜੀ ਤਸਵੀਰਾਂ ਸੀਗੀਆਂ ਉਹਨੂੰ ਰੀਟਵੀਟ ਕਰਕੇ ਥੱਲੇ ਆਪਣੀ ਵੱਲੋਂ ਟਿੱਪਣੀ ਲਿਖ ਦਿੱਤੀ, ਵਾਹ ਵਾਹ, ਬਈ ਇਹ ਔਰਤਾਂ 100 ਰੁਪਏ ਦੇ ਵਿੱਚ ਆਉਂਦੀਆਂ ਜੀ। ਤੇ ਜਿਹੜੀ ਉਹਨੂੰ ਜਵਾਬ ਮਿਲੇ ਆ, ਉਹ ਮੈਂ ਹੁਣ ਦੱਸ ਨਹੀਂ ਸਕਦਾ ਜਿਸ ਤਰੀਕੇ ਨਾਲ ਉਹਨੂੰ ਜਵਾਬ ਦਿੱਤੇ ਗਏ, ਬਹੁਤ ਹੀ, ਉਹਨੂੰ ਆਪਾਂ ਜਾਇਜ਼ ਤਾਂ ਨਹੀਂ ਠਹਿਰਾ ਸਕਦੇ, ਪਰ ਉਸ ਜਿਸ ਲਹਿਜੇ 'ਚ ਉਹਨੇ ਕਿਹਾ, ਉਸੇ ਲਹਿਜੇ 'ਚ ਜਵਾਬ ਮਿਲ ਗਿਆ, ਤਾਂ ਉਹਦੇ ਕਰਕੇ ਉਹਨੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੀ, ਪਰ ਤੁਹਾਨੂੰ ਪਤਾ ਸੋਸ਼ਲ ਮੀਡੀਆ 'ਤੇ ਇੱਕ ਚੀਜ਼ ਪਾਈ ਹੋਵੇ ਤੇ ਉਹ ਇੰਨੀ ਜ਼ੋਰ ਨਾਲ ਵਾਇਰਲ ਹੁੰਦੀ ਆ ਵੀ ਉਹ ਤੁਹਾਨੂੰ ਲੀਡ ਕਰਦੇ ਕਰਦੇ ਲੱਖਾਂ ਤੱਕ ਪਹੁੰਚ ਜਾਂਦੀ ਆ, ਲੱਖਾਂ ਤੋਂ ਗਾਹਾਂ ਹੋਰ ਲੱਖਾਂ ਤੱਕ ਕਿੰਨੇ ਚੱਲ ਜਾਂਦੀ ਆ। ਫਿਲਮ ਨਗਰੀ ਤੋਂ ਮੈਨੂੰ ਯਾਦ ਆਇਆ, ਆਪਣੇ 2.5 ਕਿਲੋ ਹੱਥ ਵਾਲੇ ਨਲਕਾ ਪੁੱਟ ਜੀ ਵੀ ਕਿਤੇ ਨਜ਼ਰ ਆਏ ਕਿ ਨਹੀਂ? ਨਹੀਂ, ਇਹ ਨਹੀਂ ਜੀ ਨਜ਼ਰ ਆਏ। ਉਹ ਹਜੇ ਕਹਿੰਦੇ ਜੀ ਪਾਕਿਸਤਾਨ ਨੇ ਦੁਬਾਰਾ ਨਲਕਾ ਲਾਇਆ ਆ। ਅੱਛਾ, ਜਦੋਂ ਦੁਬਾਰਾ ਮੈਂ ਪੱਟਣ ਜਾਊਂਗਾ ਫਿਰ ਦੱਸੂਗਾ ਵੀ ਮੇਰਾ 2.5 ਕਿਲੋ ਵਾਲਾ ਹੱਥ ਪਹਿਲਾਂ ਹੀ ਹੈਗਾ ਕਿ ਉਹ ਬਦਲ ਗਿਆ ਆ। ਉਹ ਇਹੋ ਜਿਹੇ ਆਗੂ ਜਿਹੜੇ ਆ ਉਹ ਮੌਸਮੀ ਹੁੰਦੇ ਜੀ। ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਵੀ ਗੁਰਦਾਸਪੁਰੀਆਂ ਦੀ ਜਿਹੜੀ ਕਿਸਮਤ ਹੀ ਇਹੋ ਜਿਹੀ ਆ। ਜਿਹਨਾਂ ਵੈਸੇ ਇੱਕ ਗੱਲ ਹੈ ਜੀ, ਇਹ ਗਿਲਾ ਗੁਰਦਾਸਪੁਰੀਆਂ ਤੇ ਵੀ ਹੈ। ਨਹੀਂ, ਮੈਂ ਤਾਂ ਆਪ ਚੁਣਦੇ ਨੇ, ਉਹੀ ਮੈਂ ਕਹਿ ਰਿਹਾ ਜੀ, ਇੱਕ ਵਾਰੀ ਨਹੀਂ ਕਈ ਵਾਰੀ ਉਹਨਾਂ ਨੇ। ਮੈਂ ਇਹੀ ਕਹਿਣ ਲੱਗਾ ਵੀ ਗੁਰਦਾਸਪੁਰੀਆਂ ਦੀ ਕਿਸਮਤ ਇਹੋ ਜਿਹੀ ਆ ਵੀ ਜਿੰਨੇ ਵੀ ਆਗੂ ਉਹਨਾਂ ਨੇ ਚੁਣੇ ਆ, ਉਹ ਜਾਂ ਤਾਂ ਇਲੈਕਸ਼ਨਾਂ ਤੋਂ 5 ਦਿਨ ਪਹਿਲਾਂ ਮਿਲਦੇ ਆ, ਤੇ ਜਾਂ ਤਾਂ ਨਵੀਆਂ ਇਲੈਕਸ਼ਨ ਆਉਂਦੀਆਂ ਉਹ ਤੋਂ 5 ਦਿਨ ਪਹਿਲਾਂ ਮਿਲਦੇ ਆ। ਤੇ ਗੁਰਦਾਸਪੁਰੀਆਂ ਨੂੰ ਸਮਝ ਪਤਾ ਨਹੀਂ ਕਦੋਂ ਆਊਗੀ ਵੀ ਉਹਨਾਂ ਨੂੰ ਆਗੂ ਇਹੋ ਜਿਹਾ ਚੁਣੋ ਜਿਹੜੇ ਤੁਹਾਡੇ ਪਹੁੰਚ ਦੇ ਨੇੜੇ ਹੋਵੇ। ਨਾ ਤੁਸੀਂ ਬੰਬੇ ਜਾਣ ਜੋਗੇ ਤੇ ਨਾ ਹੀ ਬੰਬੇ ਵਾਲਾ ਕਿਤੇ ਆਉਣ ਜੋਗਾ, ਤੇ ਕਿਤੇ ਆ ਗਿਆ ਇੱਕ ਅੱਧੀ ਵਾਰੀ ਸਾਲ 6 ਮਹੀਨੇ 25 ਸਾਲੀ, ਤੇ ਫਿਰ ਨਾ ਤਾਂ ਉਹ ਮੁੜ ਕੇ ਵੋਟਾਂ ਲੈਣੀ ਆਉਂਦਾ, ਪਰ ਚੁਣ ਫਿਰ ਵੀ ਉਹੀ ਦਿੰਦੇ ਆ। ਇਹ ਪਤਾ ਨਹੀਂ ਕਿਉਂ, ਉੱਥੋਂ ਦੀ ਕੀ ਇਹੋ ਜਿਹੀ ਭੂਗੋਲਿਕ ਸਥਿਤੀ ਕਹਿ ਲਈਏ ਜਾਂ ਲੋਕਾਂ ਦੀ ਮਾਨਸਿਕ ਸਥਿਤੀ ਕਹਿ ਲਈਏ, ਚੁਣਦੇ ਉੱਥੇ ਇਹੋ ਜਿਹੀ ਆ, ਬਾਹਰੋਂ ਲੈ ਕੇ ਬਿਠਾ ਦਿਓ। ਵਿਨੋਦ ਖੰਨਾ ਬੰਬਿਓਂ ਆ ਕੇ ਆਰਾਮ ਨਾਲ ਜਿੱਤ ਕੇ ਚੱਲ ਜਾਂਦਾ ਸੀਗਾ ਜੀ। ਹੁਣ ਉਹੀ ਹਾਲ ਸਨੀ ਦਿਓਲ ਦਾ ਹੋ ਗਿਆ। ਖੈਰ ਇੱਕ ਵਾਰ ਸੁਨੀਲ ਜਾਖੜ ਵੀ ਜਿਤਾਇਆ ਉਹਨਾਂ ਨੇ ਤੇ ਕਾਂਗਰਸ ਦੇ, ਉਦੋਂ ਜਿਮਨੀ ਚੋਣ ਹੋਈ ਸੀਗੀ, ਪਰ ਜੀ ਗੁਰਦਾਸਪੁਰ ਦੇ ਤਾਂ ਨਹੀਂ ਉਹ
ਨਹੀਂ ਉਹ ਅਬੋਹਰ ਦੇ ਆ ਜੀ, ਬਿਲਕੁਲ ਉਹ ਅਬੋਹਰ ਤੋਂ ਆ ਕੇ ਜਿਤਾਏ ਇਹਨਾਂ ਨੇ। ਪਰ ਇਹ ਵੀ ਪੰਜਾਬ ਦੇ ਤਾਂ ਹੈਗੇ ਨਾ, ਹਾਂਜੀ ਇਹ ਬਿਲਕੁਲ ਹੀ ਬੰਬੇ ਰਹਿੰਦੇ ਆ, ਹੈ ਇਹ ਵੀ ਪੰਜਾਬ ਦੇ ਹੀ ਆ, ਪਰ ਇੱਕ ਕਿਸਮ ਦਾ ਨਾਤਾ ਤਾਂ ਤੋੜ ਚੁੱਕੇ ਆ ਨਾ ਆਪਣੀ ਭੂਮੀ ਨਾਲ, ਕਿਉਂਕਿ ਉਹ ਕਰਮ ਭੂਮੀ ਨੂੰ ਆਪਣਾ ਭੂਮੀ ਬਣਾ ਲਈ ਉਹਨਾਂ ਨੇ, ਜਨਮ ਭੂਮੀ ਤੋਂ ਦੂਰ ਹੋ ਗਏ। ਜਦੋਂ MP ਬਣੇ ਸੀ ਇੱਕ ਉਹਨਾਂ ਨੇ ਆਪਣਾ ਕੋਈ ਰਿਪਰੈਜ਼ੈਂਟੇਟਿਵ ਵੀ ਛੱਡਿਆ ਸੀ ਇੱਥੇ, ਕੋਈ ਕੰਮ ਹੋਵੇ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਓ, ਮੈਨੂੰ ਨਾ ਬਹੁਤਾ ਤੰਗ ਕਰਿਓ। ਮੈਨੂੰ ਲੱਗਦਾ ਵੀ ਉਹ ਇਸ ਵੇਲੇ ਹੁਣ ਕਿਸਾਨਾਂ ਅੰਦੋਲਨ 'ਚ ਉਹੀ ਸਾਰਿਆਂ ਨਾਲ ਮੋਰੇ ਹੋ ਕੇ ਤੁਰਿਆ ਫਿਰਦਾ ਜ਼ਿਆਦਾ, ਪਰ ਉਹ ਪਤਾ ਨਹੀਂ ਉਹਦੇ ਨਾਲ ਰਿਪਰੈਜ਼ੈਂਟ ਸੀਗੇ ਕਿ ਨਹੀਂ, ਉਦੋਂ ਤਾਂ ਨਹੀਂ ਉਹ ਹਾਈਲਾਈਟ ਹੋਇਆ, ਨਾ ਲਾਈਮਲਾਈਟ 'ਚ ਆਇਆ, ਪਰ ਇਸ ਵੇਲੇ ਜ਼ਰੂਰ ਉਹ ਲਾਈਮਲਾਈਟ ਦੇ ਵਿੱਚ ਕਿਤੇ ਵੀ ਜਾਂਦਾ ਤਾਂ ਆਪਣੀ ਜਿਹੜੀ ਗੱਲ ਕਰਦਾ ਕਿਸਾਨਾਂ ਦੇ ਨਾਲ ਖੜਨ ਦੀ, ਕਿਸਾਨਾਂ ਨੂੰ ਪ੍ਰੋਗਰਾਮ ਦੇਣ ਦੀ, ਉਹ ਕਾਫੀ ਕੁਛ ਉਹਦੀ ਜਿਹੜੀ ਉਹ ਜੋ ਕੁਛ ਹੁਣ ਕਰ ਰਿਹਾ ਉਹਦੀ ਸ਼ਲਾਘਾ ਕਰਨੀ ਬਣਦੀ ਵੀ ਆ। ਪਰ ਉਹਦੇ ਲਈ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਵੀ ਕਈ, ਜਿੱਦਾਂ ਹੁਣ ਆਪਾਂ ਕਹਿ ਦਈਏ ਵੀ ਸਿਆਸੀ ਆਗੂ ਲੱਗੇ ਲੱਗਣ ਦਿੰਦੇ, ਗਿਣਿਆ ਤਾਂ ਇਹ ਵੀ ਸਿਆਸੀ 'ਚ ਜਾਂਦਾ ਸੀਗਾ, ਪਰ ਜਿਸ ਤਰੀਕੇ ਨਾਲ ਉਹ ਤਕਰੀਰ ਕਰਦਾ ਉਹਦੇ ਲੱਗਦਾ ਵੀ ਆਪਣੇ ਆਪ 'ਚ ਉਹਦਾ ਜਜ਼ਬਾ ਹੈਗਾ ਵੀ ਕਿਸਾਨੀ ਹੋਣ ਦਾ। ਇੱਕ ਹੋਰ ਚੀਜ਼ ਜੀ, ਇਸ ਦੇ ਵਿੱਚ ਬਹੁਤ ਸਾਰੇ ਲੋਕ ਜੋ ਬੜੀ ਪੌਸ਼ ਜ਼ਿੰਦਗੀ ਜਿਉਂਦੇ ਸਨ ਜੀ, ਇਹ ਡੱਬੀਆਂ ਵਾਲੇ ਪਰਨੇ ਪਤਾ ਨਹੀਂ ਕਿੱਥੋਂ ਕੱਢ ਲਏ ਨੇ ਸਾਰਿਆਂ ਨੇ, ਤੇ ਉਹ ਸਾਰੇ ਕਿਸਾਨ ਬਣ ਗਏ। ਖੈਰ ਗੱਲ ਤੇ ਚੰਗੀ ਹੈ ਵੀ ਮਦਦ ਵਿੱਚ ਉਤਰੇ ਨੇ, ਪਰ ਇਸ ਨਾਲ ਸੰਦੇਸ਼ ਵੀ ਚੰਗਾ ਇੱਕ ਜਾ ਰਿਹਾ ਬਾਕੀ ਸਮਾਜ ਨੂੰ ਵੀ ਆਹ ਲੋਕ ਵੀ ਇਹਨਾਂ ਦੇ ਨਾਲ ਨੇ। ਤੇ ਇੱਕ ਛੋਟੀ ਜਿਹੀ ਖਬਰ ਕਿ ਕੁਝ ਪੰਜਾਬ ਦੇ ਖਿਡਾਰੀਆਂ ਨੇ ਆਪਣੇ ਅਵਾਰਡ ਮੋੜਨ ਦੀ ਗੱਲ ਕੀਤੀ ਹੈ। ਕਿਹੜੇ ਅਵਾਰਡ ਨੇ, ਕਿਹੋ ਜਿਹੇ ਅਵਾਰਡ ਨੇ? ਦੇਖੋ ਜੀ, ਉਹਦੇ ਵਿੱਚ ਅਰਜੁਨ ਅਵਾਰਡ ਵੀ ਆ, ਦਰੋਣਾਚਾਰੀ ਅਵਾਰਡ ਵੀ ਆ। ਉਹ ਮੈਂ ਅਵਾਰਡਾਂ ਦੀ ਗੱਲ ਤਾਂ ਕੀਤੀ ਆ ਵੀ ਇਹ ਬਹੁਤ ਵੱਡੇ ਅਵਾਰਡ ਹੁੰਦੇ ਆ ਜੀ, ਮਸਾਂ ਮਿਲਦੇ ਨੇ, ਮਸਾਂ ਮਿਲਦੇ ਆ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਕਰਕੇ ਮਿਲਦੇ ਆ ਜੀ। ਪਰ ਜਦੋਂ ਇਹੋ ਜਿਹਾ ਰੋਸ ਜਾਗਦਾ ਤੇ ਫਿਰ ਉਹਦੇ ਵਿੱਚ ਇਹੋ ਜਿਹੇ ਅਵਾਰਡ ਜਿਹੜੇ ਛੋਟੇ ਹੋ ਜਾਂਦੇ ਆ ਜੀ। ਹੁਣ ਆਪਾਂ ਪਿੱਛੇ ਜੇ ਦੇਖਿਆ ਜਾਵੇ ਤਾਂ ਕਈਆਂ ਨੇ ਪਦਮ ਸ਼੍ਰੀ ਵੀ ਮੋੜੇ ਆ, ਜਦੋਂ ਦੇਸ਼ ਦਾ ਕੰਮ ਸੀ, NRC ਵਗੈਰਾ ਚੱਲਿਆ, ਉਦੋਂ ਕਈਆਂ ਨੇ ਸਾਹਿਤ ਅਵਾਰਡ, ਪਦਮ ਸ਼੍ਰੀ ਅਵਾਰਡ, ਹੋਰ ਕਈ ਅਵਾਰਡ ਜਿਹੜੇ ਸੈਂਟਰ ਦੇ ਆ ਉਹ ਵੀ ਮੋੜਨ ਦੀ ਗੱਲ ਕੀਤੀ ਗਈ ਸੀ, ਕਈਆਂ ਨੇ ਮੋੜ ਵੀ ਦਿੱਤੇ ਸੀਗੇ। ਸੋ ਹੁਣ ਜਦੋਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਖਿਡਾਰੀ ਜਿਹੜੇ ਆ, ਉਹ ਖਿਡਾਰੀ ਵੀ ਕਿਸਾਨਾਂ ਤੋਂ ਹੀ ਨਿਕਲੇ ਆ, ਕਿਸਾਨਾਂ ਦੇ ਹੀ ਜਾਏ ਆ, ਉਹ ਆਪ ਕਿਸਾਨ ਆ। ਇਸ ਕਰਕੇ ਉਹਨਾਂ ਦੇ ਮਨ 'ਚ ਇਹ ਰੋਸ ਜਾਗਿਆ ਬਈ ਇਹ ਜਿਹੜੀ ਸੈਂਟਰ ਸਰਕਾਰ ਸਾਡੇ ਕਿਸਾਨਾਂ ਨੂੰ ਮਾਰ ਰਹੀ ਆ, ਸਾਡੇ ਆਪਣੇ ਪੂਰਵਜਾਂ ਨੂੰ ਮਾਰ ਰਹੀ ਆ, ਸਾਡੀ ਖੇਤੀ ਖੋਹਣ ਦੀ ਕੋਸ਼ਿਸ਼ ਕਰ ਰਹੀ ਆ, ਅਸੀਂ ਉਹਨਾਂ ਤੋਂ ਅਵਾਰਡ ਰੱਖ ਕੇ ਕੀ ਕਰਨਾ। ਮੇਰਾ ਖਿਆਲ ਹੈ ਪਹਿਲਵਾਨ ਕਰਤਾਰ ਸਿੰਘ ਨੇ, ਸੱਜਣ ਸਿੰਘ ਚੀਮਾ ਨੇ, ਗੁਰਮੇਲ ਸਿੰਘ ਨੇ, ਸਾਬਕਾ ਹਾਕੀ ਖਿਡਾਰੀ, ਬਿਲਕੁਲ ਜੀ, ਰਾਜਵੀਰ ਕੌਰ ਹੈ, ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਆ ਤੇ ਇਹਨਾਂ ਨੇ ਬਕਾਇਦਾ ਐਲਾਨ ਕੀਤਾ ਵੀ ਅਸੀਂ 5 ਦਸੰਬਰ ਤੱਕ ਇਹ ਅਵਾਰਡ ਜਿਹੜੇ ਵਾਪਸ ਸੈਂਟਰ ਨੂੰ ਮੋੜ ਦੇਣੇ ਆ। ਮੋੜਨ ਤੋਂ ਭਾਵ ਇਹ ਹੁੰਦਾ ਵੀ ਆਪਣਾ ਰੋਸ ਦਰਜ ਕਰਾਉਣਾ ਜੀ ਵੀ ਅਸੀਂ ਤੁਹਾਡੇ ਅਵਾਰਡ ਲੈਣ ਦੇ, ਤੁਹਾਡਾ ਅਵਾਰਡ ਸਾਡੇ ਯੋਗ ਨਹੀਂ ਹੈਗਾ ਕਿਉਂਕਿ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਦਬਾ ਰਹੇ ਆ। ਸੋ ਇਹ ਕਿਸਾਨਾਂ ਦੀ ਆਵਾਜ਼ ਜਿਹੜੀ ਆ ਹੁਣ ਹਰੇਕ ਲੈਵਲ ਤੇ, ਹਰੇਕ ਪੱਧਰ ਤੇ, ਹਰੇਕ ਬੰਦੇ ਦੇ ਦਿਲ ਵਿੱਚ ਘਰ ਕਰ ਗਈ ਹੈ। ਠੀਕ ਹੈ ਜੀ। ਸ਼ੇਰਗਿੱਲ ਸਾਹਿਬ, ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਛੋਟੀ ਜਿਹੀ ਗੱਲ ਕਿਸਾਨਾਂ ਦੀ ਕਿ ਸੱਦਾ ਕਿਹੋ ਜਿਹਾ ਆਇਆ, ਜੀ ਬਿਲਕੁਲ, ਤੇ ਇੱਕ ਦੋ ਗੱਲਾਂ ਹੋਰ ਕਰਨੀਆਂ ਨੇ। ਵਿਚਾਰ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ। ਫਿਰ ਸਵਾਗਤ ਕਰਦੇ ਹਾਂ ਜੀ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ। ਸ਼ੇਰਗਿੱਲ ਸਾਹਿਬ, ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਆਇਆ ਹੈ ਕਿ ਨਹੀਂ ਆਇਆ? ਲਿਖਤੀ ਹੈ ਕਿ ਜ਼ੁਬਾਨੀ ਹੈ ਕਿ ਕਿਸੇ ਦਾ ਫੋਨ ਆਇਆ ਕਿ ਕਾਲ ਡਿਟੇਲ ਫੇਰ ਆਵੇਗੀ? ਜੀ ਭਾਜੀ, ਗੱਲ ਇੱਦਾਂ ਆ ਵੀ ਗੱਲਬਾਤ ਦਾ ਸੱਦਾ ਦੇਣ ਨੂੰ ਵੀ ਕਰਦੇ ਆ ਤੇ ਮਨਸ਼ਾ ਵੀ ਉਹਨਾਂ ਦੀ ਸਾਫ਼ ਜ਼ਾਹਰ ਹੋਣ ਡਈ ਆ ਵੀ ਉਹਨਾਂ ਨੇ ਗੱਲਬਾਤ ਦਾ ਇਰਾਦਾ ਵੀ ਹੈ ਨਹੀਂ। ਇਹ ਤਾਂ ਮੈਂ ਕਿਹਾ ਕਿਉਂਕਿ ਸਾਰਾ ਦਿਨ ਇਹ ਚਰਚਾ ਚੱਲਦੀ ਰਹੀ ਬਈ ਅਮਿਤ ਸ਼ਾਹ ਨੇ ਇੱਕ ਕਿਸਾਨ ਆਗੂ ਨੂੰ ਫੋਨ ਕੀਤਾ। ਕਿਸਾਨ ਆਗੂ ਖੁਦ ਕਹਿ ਰਿਹਾ ਸੀ, ਦਾਅਵਾ ਕਰ ਰਿਹਾ ਸੀ ਵੀ ਮੈਨੂੰ ਫੋਨ ਆਇਆ, ਉਹ ਕਹਿੰਦੇ ਜਿਹੜੀ 3 ਦੀ ਮੀਟਿੰਗ ਰੱਖੀ ਆ ਅਸੀਂ ਹੋ ਸਕਦਾ ਪਹਿਲੀ ਨੂੰ ਕਰ ਲਈਏ। ਇਹ ਉਗਰਾਹਾਂ ਸਾਹਿਬ ਨੇ ਕਿਹਾ? ਇਹ ਹੈਗਾ ਬੂਟਾ ਸਿੰਘ ਬੁਰਜ ਕਿੱਲਿਆ ਜੀ, ਅੱਛਾ ਜੀ, ਮਾਨਸੇ ਇਲਾਕੇ ਦੇ ਹੈਗੇ। ਠੀਕ ਹੈ ਜੀ। ਉਹਨਾਂ ਦਾ ਸੀਗਾ ਵੀ ਉਹ ਇਸ ਵੇਲੇ ਟਿਕਰੀ ਬਾਰਡਰ ਤੇ ਬੈਠੇ ਆ ਜੀ। ਅੱਛਾ ਜੀ, ਨਾਲ ਠੀਕ। ਉਹਨਾਂ ਦਾ ਸੀ ਵੀ ਮੈਨੂੰ ਫੋਨ ਆਇਆ ਜੀ। ਹੁਣ ਫੋਨ ਦੇ ਵਿੱਚ ਸੱਚਾਈ ਕਿਸਾਨ ਆਗੂ ਕਹਿ ਰਿਹਾ ਆਇਆ ਤਾਂ ਜ਼ਰੂਰ ਆਇਆ ਹੋਊਗਾ, ਪਰ ਉਹ ਨਾਲ ਇਹ ਵੀ ਕਹਿ ਰਿਹਾ ਫਿਰ ਜਿੰਨਾ ਚਿਰ ਸਾਨੂੰ ਲਿਖਤੀ ਨਹੀਂ ਆਉਂਦਾ ਵੀ ਅਸੀਂ ਨਹੀਂ ਤੁਹਾਡੇ ਫੋਨ ਤੇ ਮੰਨਣਾ ਕੋਈ ਵੀ ਗੱਲ, ਕਿਉਂਕਿ ਇਹਨਾਂ ਨੇ ਜਿਹੜਾ 3 ਵਾਲਾ ਸੱਦਾ ਜਿਹੜਾ ਉਹ ਤਾਂ ਲਿਖਤੀ ਭੇਜਿਆ ਹੋਇਆ ਪੱਤਰ ਬਕਾਇਦਾ 3 ਦਸੰਬਰ ਵਾਲਾ ਜਿਹੜਾ ਉਹ ਤਾਂ 8-10 ਦਿਨ ਪਹਿਲਾਂ ਹੀ ਭੇਜਤਾ ਸੀਗਾ ਪੱਤਰ। ਪਰ ਜਦੋਂ ਹੁਣ ਆਵਾਜ਼ ਉੱਠ ਰਹੀ ਸੀਗੀ ਵੀ ਜਦੋਂ ਹੁਣ ਕਿਸਾਨ ਐਡੀ ਵੱਡੀ ਪੱਧਰ ਤੇ ਤੁਹਾਡੇ ਕੋਲ ਪਹੁੰਚ ਗਏ ਆ, ਸਾਰੇ ਰਸਤੇ ਬੰਦ ਕਰ ਦਿੱਤੇ ਆ, ਵੀ 3 ਨੂੰ ਕਿਉਂ ਉਡੀਕਦੇ ਆ ਜੀ। ਹੁਣ ਗੱਲਬਾਤ ਦਾ ਸੱਦਾ ਜਿਹੜਾ ਉਹ ਰਾਤ ਦੇ 12:30 ਵਜੇ ਉਹਨਾਂ ਨੇ ਲਿਖਤੀ ਭੇਜਿਆ। ਇਹਦੇ ਤੋਂ ਇਹ ਜ਼ਾਹਰ ਹੁੰਦੀ ਵੀ ਇਹਨਾਂ ਦੀ ਮਨਸ਼ਾ ਕੀ ਆ। ਇਹ ਤਾਂ ਮੰਨ ਲਓ ਜਾਗ ਰਹੇ ਸੀ ਉਹ ਇਸ ਵੇਲੇ। ਦੇਖੋ ਜਾਗ ਰਹੇ, ਉਹ ਸਾਰੀ ਰਾਤ ਮੀਟਿੰਗਾਂ ਕਰ ਰਹੇ, ਉਹਨਾਂ ਨੂੰ ਟਿਕਾਈ ਨਹੀਂ ਆ ਰਹੀ। ਠੀਕ ਹੈ ਜੀ। ਇਹ ਹੋਇਆ ਤਾਂ ਹੋਇਆ ਕੀ ਵੀ ਸਾਡੇ ਤੇ ਉਲਟੀ ਬਾਜੀ ਪੈ ਗਈ ਹੈ। ਜੀ ਜੀ ਜੀ। ਜੇ ਹੁਣ ਤੁਹਾਡੇ ਮਨਸ਼ਾ ਹੈਗੀ ਆ ਸਹੀ ਗੱਲ ਕਰਨ ਦੀ, ਜੇ ਤੁਸੀਂ 12:30 ਰਾਤ ਨੂੰ ਵੀ ਦੇ ਸਕਦੇ ਸੱਦਾ ਲਿਖ ਕੇ, ਤਾਂ ਦੁਪਹਿਰੇ 12:30 ਕਦੋਂ ਵੱਜੇ ਨਹੀਂ ਸੀ ਕਿਤੇ ਜੀ, ਉਦੋਂ ਵੀ ਤਾਂ ਲਿਖ ਕੇ ਭੇਜ ਸਕਦੇ ਸੀ। ਜਦੋਂ ਸਾਰਾ ਦਿਨ ਕਿਸਾਨ ਆਗੂ ਮੀਟਿੰਗਾਂ ਕਰਦੇ ਰਹੇ, ਉਹ ਇਹੀ ਕਹਿੰਦੇ ਰਹੇ ਵੀ ਸਾਨੂੰ ਤਾਂ ਨਹੀਂ ਕੋਈ ਵੀ ਸੱਦੇ ਦਾ ਪਤਾ, ਜੇ ਕਿਸੇ ਨੂੰ ਫੋਨ ਆਇਆ ਫੋਨ ਤੇ ਹੋਈ ਹੋਊਗੀ ਗੱਲ, ਜਿੰਨਾ ਚਿਰ ਲਿਖਤੀ ਨਹੀਂ ਆਉਂਦਾ ਸਾਨੂੰ ਨਹੀਂ ਪ੍ਰਵਾਨ, ਲਿਖਤੀ ਆਊਗਾ ਉਹਦੇ ਬਾਰੇ ਸੋਚਾਂਗੇ ਅਸੀਂ,
ਬਈ ਜਾਣਾ ਕਿ ਨਹੀਂ ਜਾਣਾ। ਇੱਥੇ ਮੈਂ ਇੱਕ ਗੱਲ ਹੋਰ ਗੱਲ ਕਰ ਚਾਹੁੰਦਾ ਵੀ ਜੋਗਿੰਦਰ ਯਾਦਵ ਦੀ ਪਹਿਲਾਂ ਗੱਲ ਕੀਤੀ ਆ ਵੀ ਗੱਲਬਾਤ ਕਰਦੇ ਹੀ ਕਿਉਂ ਆ ਜੀ, ਜੇ ਸਾਡੀ ਮੰਗ ਹੀ ਇੱਕੋ ਆ ਵੀ ਜਾਂ ਤਾਂ ਖੇਤੀ ਕਾਨੂੰਨ ਵਾਪਸ ਲੈ ਲਓ ਤੇ ਜਾਂ ਫਿਰ ਸਾਡਾ MSP ਦਾ ਜਿਹੜਾ ਮੰਡੀਕਰਨ ਨੂੰ ਉਹਨੂੰ ਉਸ ਕਾਨੂੰਨ ਦੇ ਵਿੱਚ ਫਿੱਟ ਕਰ ਦਿਓ। ਦੋ ਹੀ ਗੱਲਾਂ। ਗੱਲਬਾਤ ਤਾਂ ਹੀ ਆ ਨਾ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿਸਾਨ ਆਗੂਆਂ ਦਾ ਵੀ ਸੱਦ ਤਾਂ ਲੈਂਦੇ ਸਾਨੂੰ, ਪਰ ਸਾਨੂੰ ਸਮਝਾਉਣ ਲੱਗ ਪੈਂਦੇ ਵੀ ਬਿੱਲ ਹੈ ਕੀ ਆ ਜੀ। ਉਹ ਕਹਿੰਦੇ ਰੱਬ ਦਾ ਵਾਸਤਾ ਸਾਨੂੰ ਨਾ ਸਮਝਾਓ, ਅਸੀਂ ਸਮਝ ਕੇ ਆਏ ਸਾਰਾ ਕੁਝ। ਪਰ ਇੱਕ ਗੱਲ ਦੀ ਤਾਂ ਜਿੱਤ ਹੈ ਜੀ ਕਿ ਜਦੋਂ ਪਹਿਲਾਂ ਕਿਸਾਨ ਮੀਟਿੰਗ ਕਰਨ ਵਾਸਤੇ ਗਏ ਸੀ, ਉੱਥੇ ਉਹ ਖੇਤੀਬਾੜੀ ਮੰਤਰੀ ਵੀ ਨਹੀਂ ਸੀ ਤੇ ਉੱਥੇ ਉਹ ਕੁਝ ਅਧਿਕਾਰੀ ਬਿਠਾ ਦਿੱਤੇ। ਕਿਸਾਨ ਮੁੜਿਆ ਉਹਨੀ ਪੈਰੀ ਵਾਪਸ, ਫਿਰ ਖੇਤੀਬਾੜੀ ਮੰਤਰੀ ਵੀ ਵਿੱਚ ਆ ਗਏ ਤੇ ਰਾਜਨਾਥ ਵੀ ਬੋਲੇ ਤੇ ਹੁਣ ਅਮਿਤ ਸ਼ਾਹ ਨੇ ਕਹਿੰਦੇ ਸਿੱਧੀ ਗੱਲ ਹੋ ਰਹੀ ਹੈ। ਗੱਲ ਇਹੀ ਆ ਨਾ ਜੀ, ਇਹਨਾਂ ਦੀ ਰਣਨੀਤੀ ਪਹਿਲਾਂ ਤੋਂ ਇਹ ਰਹੀ ਆ ਵੀ ਕਿੰਨਾ ਕੁ ਲੰਬਾ ਚੱਲੂਗਾ ਜੀ, ਮਹੀਨਾ 2 ਮਹੀਨੇ। ਜਦ ਉਹਨੇ ਦੇਖਿਆ ਵੀ ਹੁਣ ਪੰਜਾਬ ਤੋਂ ਨਿਕਲ ਕੇ ਹਰਿਆਣਾ ਤੋਂ ਨਿਕਲ ਕੇ ਦਿੱਲੀ ਪਹੁੰਚ ਗਿਆ ਤੇ ਦਿੱਲੀ ਤੋਂ ਅੱਗੇ ਤਾਂ ਹੁਣ ਫਿਰ ਹੋਰ ਹੈ ਵੀ ਨਹੀਂ ਕੁਛ। ਜੀ ਜੀ ਜੀ। ਜਦੋਂ ਇਹਨੂੰ ਘੇਰਾਬੰਦੀ ਸਾਰੇ ਪਾਸਿਓਂ ਪੈ ਜਾਣੀ ਆ, ਦਿੱਲੀ ਦਾ ਜਿਹੜਾ ਹੁੱਕਾ ਪਾਣੀ ਬੰਦ ਕਰ ਦੇਣਾ, ਤਾਂ ਫਿਰ ਆਪਣੇ ਆਪ 'ਚ ਉਹਨਾਂ ਨੂੰ ਸੋਚਣ ਲਈ ਮਜਬੂਰ ਤਾਂ ਹੋਣਾ ਪਿਆ ਨਾ। ਤੇ ਉਹ ਰਣਨੀਤੀ ਪਹਿਲਾਂ ਤੋਂ ਇਹ ਸੀ। ਪਹਿਲਾਂ ਸੱਦਾ ਪੱਤਰ ਭਿਜਵਾਇਆ ਸੈਕਟਰੀ ਰਾਹੀਂ, ਕਹਿੰਦੇ ਨਹੀਂ ਜੀ ਇਹ ਸੈਕਟਰੀ ਪੱਤਰ ਦੀ ਕਾਹਦੀ ਗੱਲ ਆ ਸਾਡੀ, ਜੀ ਜੀ, ਖਤਮ ਹੋ ਗਈ ਕਹਾਣੀ। ਗਏ ਨਹੀਂ ਉਦੋਂ। ਦੂਜੀ ਵਾਰੀ ਫਿਰ ਹਾਰ ਕੇ ਉਹਨਾਂ ਨੇ ਮੰਤਰੀਆਂ ਦਾ ਪਾਤਾ। ਮੰਤਰੀਆਂ ਦੇ ਸੈਕਟਰੀ ਪੱਤਰ ਤੇ ਗਏ ਵੀ ਸੀਗੇ, ਪਰ ਉਹਨਾਂ ਨਾਲ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ ਕਿ ਸਾਡੀ ਗੱਲ ਮੰਤਰੀ ਨਾਲ ਕਰਾ। ਮੈਂ ਪਹਿਲਾਂ ਕਹਿਤਾ ਵੀ ਨਹੀਂ ਗਏ ਸੀਗੇ। ਉਹਨਾਂ ਨੇ ਗੱਲ ਕਿਹਾ ਵੀ ਸਾਡੇ ਨਾਲ ਤੇਰੀ ਗੱਲ ਕੋਈ ਮਤਲਬ ਨਹੀਂ, ਕਿ ਤੈਂ ਵੀ ਤਾਂ ਇੱਕ ਅਫਸਰ ਆ ਤੂੰ ਜੀ, ਤੈਂ ਵੀ ਉਹਨਾਂ ਦੇ ਕਹੇ ਜਾ ਕੇ ਜੋ ਕਰਨਾ ਉਹ ਕਹਿਣਗੇ ਉਹ ਕਰਨਾ। ਤੇ ਸਾਡੀ ਗੱਲ ਸਿੱਧੀ ਉਹਨਾਂ ਨਾਲ ਕਰਾ, ਸਿੱਧੀ ਗੱਲ ਅਸੀਂ ਉਹਨਾਂ ਨਾਲ ਕਰੀਏ। ਖੈਰ ਉਦੋਂ ਚਾਹ ਪਾਣੀ ਪੀਤੀ, ਬਿਸਕੁਟ ਖਾਧੇ ਤੇ ਮੁੜਿਆ ਏ। ਦੂਜੀ ਵਾਰੀ ਫਿਰ ਉਹਨਾਂ ਨੇ ਮੰਤਰੀ ਬਿਠਾ ਲਏ ਵਿੱਚ, ਖੇਤੀਬਾੜੀ ਮੰਤਰੀ, ਰੇਲ ਮੰਤਰੀ ਪਿਊਸ਼ ਗੋਇਲ। ਰਾਜਨਾਥ ਨੇ ਕਿਹਾ ਸੀ ਵੀ ਮੈਂ ਤੁਹਾਡੀ ਮੀਟਿੰਗ ਕਰਾਊਂਗਾ, ਉਹਦੇ ਵਿੱਚ ਵੀ ਗੱਲ ਉਹ ਇੱਥੇ ਰਹੀ ਵੀ ਦੇਖੋ ਜੀ ਇਹ ਤੁਹਾਡੇ ਭਲੇ ਲਈ ਆ, ਇਹ ਕਾਨੂੰਨ ਵਾਪਸ ਨਹੀਂ ਹੋਣੇ, ਇਹ ਇੱਦਾਂ ਨਹੀਂ ਹੋਣੀ ਉੱਦਾਂ ਨਹੀਂ ਹੋਣੀ। ਆਪਣੀ ਗੱਲ ਸਮਝਾ ਕੇ ਉਹਨਾਂ ਨੇ ਤੋਰ ਦਿੱਤਾ। ਇਹਨਾਂ ਨੇ ਫਿਰ ਕਿਹਾ ਵੀ ਠੀਕ ਆ ਤੁਹਾਡੀ ਮਰਜ਼ੀ, ਅਸੀਂ ਤਾਂ ਆਪਣੇ ਗੱਲ ਤੇ ਅੜੇ ਆ, ਇਹ ਕਰਵਾ ਕੇ ਰਹਿਣਾ। ਹੁਣ ਜਦੋਂ ਸੱਦਾ ਪੱਤਰ, ਫਿਰ ਮੈਂ ਉਹੀ ਗੱਲ ਕਰਦਾ ਵੀ ਮਨਸ਼ਾ ਸਹੀ ਨਹੀਂ ਹੈਗੀ। ਸਾਰੀ ਰਾਤ ਬੀਤ ਜਾਣ ਤੋਂ ਬਾਅਦ ਤੁਸੀਂ ਲਿਖਤੀ ਪੱਤਰ ਭੇਜਣ ਡਏ ਆ ਵੀ ਸਵੇਰੇ ਆ ਜਾਓ 3 ਵਜੇ ਗੱਲਬਾਤ ਕਰਦੇ ਆ, ਤਾਂ ਉਹਦੇ ਤੁਸੀਂ ਕੀ ਉਹਨਾਂ ਦੀ ਦੇਖਦੇ ਆ, ਕੋਈ ਸਬਰ ਦੇਖਦੇ ਆ ਵੀ ਕਿੰਨਾ ਚ ਸਬਰ ਆ। ਸੋ ਇਹ ਜਿਹੜੀ ਟਕਰਾਅ ਵਾਲੀ ਸਥਿਤੀ ਕੇਂਦਰ ਨੇ ਪੈਦਾ ਕੀਤੀ ਆ, ਹਰਿਆਣੇ ਸਰਕਾਰ ਨੇ ਨਾਲ ਰਲ ਕੇ, ਇਹ ਟਕਰਾਅ ਵਾਲੀ ਸਥਿਤੀ ਪੈਦਾ ਹੋਣੀ ਨਹੀਂ ਸੀ ਚਾਹੀਦੀ। ਜੇ ਆਪਾਂ ਗੱਲਬਾਤ ਦਾ ਸੱਦਾ ਪਹਿਲਾਂ ਹੀ ਦੇ ਦਿੱਤਾ ਜਾਂਦਾ। ਕੈਪਟਨ ਸਾਹਿਬ ਵੀ ਇਹ ਕਹਿ ਰਹੇ ਸੀਗੇ ਵੀ ਤੈਨੂੰ ਕਿਉਂ ਉਡੀਕਣ ਡਏ ਜੇ ਗੱਲਬਾਤ ਕਰਨੀ ਆ ਤਾਂ ਜੀ, ਤੇ ਜੇ ਗੱਲਬਾਤ ਤੁਹਾਡੀ ਕਿਸੇ ਸਿਰੇ ਲੱਗਣ ਵਾਲੀ ਹੈ ਨਹੀਂ, ਇਹਦੇ ਵਿੱਚ ਮਨਸ਼ਾ ਤਾਂ ਉਹਨਾਂ ਦੀ ਸਾਫ਼ ਹੋਵੇ ਤੇ ਇਹਦੀ ਗੱਲਬਾਤ ਦਾ ਹੋਵੇ ਨਾ। ਹੁਣ ਇੱਕ ਪਾਸੇ ਤਾਂ ਮੈਂ ਹਰਜੀਤ ਗਰੇਵਾਲ ਉਹਨਾਂ ਨੂੰ ਸੁਣਿਆ ਬੋਲਦਾ ਜੀ, ਉਹ ਕਹਿੰਦਾ ਜੀ ਦੋਨਾਂ ਧਿਰਾਂ ਨੂੰ ਕੁਝ ਅੱਗੇ ਤੇ ਕੁਝ ਪਿੱਛੇ ਹੋਣਾ ਪਊਗਾ। ਹੁਣ ਗੱਲ ਉਹ ਵੀ ਸਪਸ਼ਟ ਨਹੀਂ ਕਰਦੇ ਪਏ ਕਿਹਨੇ ਪਿੱਛੇ ਹੋਣਾ ਤੇ ਕਿਹਨੇ ਅੱਗੇ ਹੋਣਾ। ਇਹ ਕੋਈ ਮੱਝ ਖਰੀਦਣੀ ਹੈ, ਇਹ ਕੋਈ ਹੈ ਸੌਦਾ ਪੱਤਾ ਥੋੜੀ ਹੈ ਵੀ ਚੱਲ 5 ਤੂੰ ਵਧਾ ਦੇ ਤੇ 5 ਮੈਂ ਘਟਾ ਦਿੰਦਾ, ਇਦਾਂ ਤਾਂ ਹੈ ਨਹੀਂ ਗੱਲ ਹੈ ਨਾ। ਉਹਨਾਂ ਦਾ ਦੇਖੋ ਮੈਂ ਆਪ ਸੁਣਿਆ ਉਹਨਾਂ ਨੂੰ ਬੋਲਦੇ ਆ ਤੇ ਦੋਨਾਂ ਧਿਰਾਂ ਨੂੰ ਜੀ ਅੱਗੇ ਪਿੱਛੇ ਹੋਣਾ ਪਊਗਾ। ਕਿੱਧਰ ਅੱਗੇ ਹੋਣਾ ਪਊਗਾ? ਜਾਂ ਤਾਂ ਦਿੱਲੀੋਂ ਗਾਹਾਂ ਵੱਧ ਜਾਣਗੇ ਤੇ ਜਾਂ ਫਿਰ ਉਹ ਪੰਜਾਬ ਵੱਲ ਨੂੰ ਆ ਜਾਣਗੇ। ਇਹਦੇ ਨਾਲ ਜੁੜ ਸਕਦੇ ਆ, ਪਰ ਇਹਦੇ 'ਚ ਗੱਲਬਾਤ ਦਾ ਕੀ ਨਤੀਜਾ ਨਿਕਲਣਾ ਆਸ ਕਰਦੇ ਆ ਵੀ ਇਹਦਾ ਮਸਲਾ ਜਲਦੀ ਹੋ ਜਾਵੇ, ਹੋਣਾ ਵੀ ਚਾਹੀਦਾ। ਕਿਉਂਕਿ ਇਸ ਵੇਲੇ ਪੂਰੀ ਜਿਹੜੀ ਕੜਾਕੇ ਦੀ ਠੰਡ ਵਿੱਚ ਉੱਥੇ ਬੈਠੇ ਆ ਨਾ, ਠੀਕ ਹੈ ਨੌਜਵਾਨ ਜਿਹੜੇ ਆਪਣੇ ਤੌਰ ਤੇ ਠੀਕ ਆ, ਪਰ ਜਿਹੜੇ 65 70 80 ਸਾਲ ਦੇ ਬਜ਼ੁਰਗ ਬੈਠੇ ਆ ਉਹਨਾਂ ਦੇ ਉੱਤੇ ਵੀ ਇਹੋ ਜਿਹੇ ਕੜਾਕੇ ਦੀ ਠੰਡ ਪੈ ਰਹੀ ਆ। ਤੇ ਨਾਲ ਇੱਕ ਹੋਰ ਜੋੜ ਦੇਵਾਂ ਮੈਂ, ਜਿਹੜੀ ਮੈਂ ਸਵੇਰੇ ਪੜ੍ਹੀ ਆ, ਉਹਨਾਂ ਨੇ ਗੱਲਬਾਤ ਦੇ ਸੱਦੇ ਨੂੰ ਕਰੋਨਾ ਔਰ ਠੰਡ ਨਾਲ ਜੋੜਿਆ ਜੀ। ਜਿਹੜਾ ਤੋਮਰ ਦਾ ਬਿਆਨ ਆਇਆ ਨਾ, ਉਹ ਕਹਿੰਦਾ ਵੀ ਕਰੋਨਾ ਵੱਧ ਰਿਹਾ, ਠੰਡ ਬਹੁਤ ਵੱਧ ਰਹੀ ਆ, ਇਸ ਕਰਕੇ ਅਸੀਂ 3 ਵਾਲੀ ਮੀਟਿੰਗ ਪਹਿਲੀ ਨੂੰ ਕਰ ਰਹੇ ਆ। ਦੇਖ ਲਓ ਫਿਰ ਮਨਸ਼ਾ ਸਾਫ਼ ਹੋ ਗਈ ਨਾ। ਉਹਨਾਂ ਦੇ ਇਹ ਨਹੀਂ ਮਨਸ਼ਾ ਹੈਗਾ ਵੀ ਅੰਦੋਲਨਕਾਰੀ ਕਿਸਾਨਾਂ ਨੂੰ ਅਸੀਂ ਸ਼ਾਂਤ ਕਰੀਏ, ਇਹਨਾਂ ਨੂੰ ਅੰਦੋਲਨ ਖਤਮ ਕਰਾਈਏ ਤੇ ਇਹਨਾਂ ਦੀ ਗੱਲ ਸੁਣੀਏ ਤੇ ਇਹਨਾਂ ਦਾ ਕੋਈ ਹੱਲ ਕਰੀਏ। ਵੈਸੇ ਕਿਸਾਨ ਅੰਦੋਲਨ ਦੇ ਮੁੱਦੇ ਤੇ ਸਰਕਾਰ ਵਾਰ-ਵਾਰ ਪੈਰਾਂ ਤੋਂ ਉਖੜੀ ਹੈ। ਜੋਗਿੰਦਰ ਯਾਦਵ ਦੀ ਅਸੀਂ ਗੱਲ ਕਰੀਏ ਤੇ ਫੜਿਆ ਉਹਨਾਂ ਨੂੰ ਪਹਿਲਾਂ ਗੁਰੂਗ੍ਰਾਮ ਤੋਂ ਜੀ, ਬਿਲਕੁਲ ਦੂਸਰੇ ਪਾਸੇ ਤੋਂ ਜੀ, ਤੇ ਫਿਰ ਉਹਨਾਂ ਨੂੰ ਹੁਣ ਉਹ ਇੱਧਰ ਘੁੰਮ ਰਹੇ ਨੇ, ਆਜ਼ਾਦ ਘੁੰਮ ਰਹੇ ਨੇ, ਉਧਰ ਉਹਨਾਂ ਨੂੰ ਅੰਦੋਲਨ ਚਲਾਉਣ ਨਹੀਂ ਦਿੱਤਾ ਤੇ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ। ਹੁਣ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਇਹੀ ਗੱਲ ਹੈ ਜੀ। ਉੱਥੇ ਮੇਧਾ ਪਾਟਕਰ ਨੂੰ ਵੀ ਜਦੋਂ ਆਈ ਸੀ ਮੱਧ ਪ੍ਰਦੇਸ਼ ਤੋਂ ਤਾਂ ਆਗਰੇ ਫੜ ਲਿਆ ਸੀਗਾ, ਇਹਨੂੰ ਗੁਰੂਗ੍ਰਾਮ ਤੋਂ ਫੜ ਕੇ ਫਿਰ ਛੱਡਤਾ ਸੀ ਦਿੱਲੀ। ਹੋਰ ਵੀ ਕਈ ਆਗੂ ਗਏ ਆ ਤੇ ਉਹ ਜੋਗਿੰਦਰ ਯਾਦਵ ਤਾਂ ਹਰਿਆਣੇ ਦੇ ਉੱਤੇ ਇਹਦਾ ਕੈਪਟਨ ਆਊਗਾ ਇੰਨੇ ਕੁ ਨਾਰਾਜ਼ ਆ ਨਾ। ਉਹਨਾਂ ਨੇ ਮੈਂ ਬੋਲਦਾ ਸੁਣਿਆ, ਉਹ ਕਹਿੰਦੇ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਨਾ, ਮੇਰਾ ਆਪਣਾ ਸੂਬਾ ਆ ਹਰਿਆਣਾ, ਮੇਰਾ ਆਪਣਾ ਸੂਬਾ ਆ, ਮੈਨੂੰ ਇੰਨੀ ਸ਼ਰਮ ਆਉਂਦੀ ਵੀ ਮੇਰੀ ਸਰਕਾਰ ਜਿਹੜੀ ਸੂਬੇ ਦੀ ਉਹਨੇ ਕੀ ਕੀਤਾ। ਸੋ ਇਹ ਜਿਹੜੀ ਮਨਸ਼ਾ ਮੈਂ ਤੁਹਾਡੀ ਗੱਲ ਪਹਿਲਾਂ ਕੱਟੀ ਆਪਾਂ, ਉਹ ਗੱਲ ਜੋੜ ਰਹੇ ਕਰੋਨਾ ਨਾਲ ਤੇ ਠੰਡ ਨਾਲ। ਹੁਣ ਇਹ ਤਾਂ ਜੋ ਮਨਸ਼ਾ ਆਪੇ ਜ਼ਾਹਰ ਹੁੰਦੀ ਆ, ਠੀਕ ਹੈ ਜੀ, ਵੀ ਉਹ ਕਿਸ ਤਰੀਕੇ ਨਾਲ ਗੱਲਬਾਤ ਸਾਧਦੇ। ਕਰੋਨਾ ਦੀ ਗੱਲ ਕਰੀਏ ਜੀ, ਸਰਕਾਰ ਜਿਹੜੀ ਆ, ਕਿਸਾਨ ਜਿਹੜੇ ਆ ਉਹ ਕੀ ਫੈਸਲਾ ਲੈਂਦੇ ਜਾਣ ਨੂੰ, ਉਹ ਤਾਂ ਡਿਪੈਂਡ ਕਰਦਾ ਇਹਨਾਂ ਦੀ ਮੀਟਿੰਗ ਤੇ ਜੀ 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 ਜੀ। ਕਰੋਨਾ ਦੇ ਟੀਕੇ ਦੁਨੀਆ ਭਰ ਦੇ ਵਿੱਚ ਬਣ ਕੇ ਤਿਆਰ ਹੋ ਰਹੇ ਨੇ, ਬਹੁਤ ਵੱਡੀ ਮਾਤਰਾ ਦੇ ਵਿੱਚ। ਤਕੜੀਆਂ ਕੰਪਨੀਆਂ ਨੇ ਜ਼ੋਰ ਲਾਇਆ, ਉਹਨਾਂ ਨੇ ਅੰਕੜੇ ਜਾਰੀ ਕਰ ਦਿੱਤੇ ਨੇ ਆਪਣੇ, ਤੇ ਭਾਰਤ ਦੇ ਸਾਇੰਸਦਾਨ ਵੀ ਲੱਗੇ ਹੋਏ ਨੇ। ਤੇ ਮੋਦੀ ਨੇ ਗੱਲਬਾਤ ਕੀਤੀ ਹੈ, ਨਰਿੰਦਰ ਮੋਦੀ ਨੇ, ਤੇ ਇਹਨਾਂ ਨੇ ਵੀ ਕੁਝ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ। ਉਹ ਕਿਹੋ ਜਿਹੀ ਜਾਣਕਾਰੀ ਤੇ ਕਿਹੋ ਜਿਹੀ ਗੱਲਬਾਤ ਰਹੀ ਤੇ ਕੀ ਉਹਨਾਂ ਨੇ ਬਾਅਦ ਚ ਆਖਿਆ। ਦੇਖੋ ਜੀ, ਕਰੋਨਾ ਦੇ ਵਿੱਚ ਵੱਡੀ ਰਾਹਤ ਵਾਲੀ ਗੱਲ ਹੈ ਵੀ ਇਸ ਵੇਲੇ ਜਿਹੜੇ ਸਾਰੇ ਵੈਕਸੀਨ ਜਿਹੜੇ ਆ ਉਹ ਬਹੁਤ ਐਡਵਾਂਸ ਸਟੇਜ ਤੇ ਆ।
ਤੀਜਾ ਟ੍ਰਾਇਲ ਵੀ ਹੋ ਰਿਹਾ, ਪਰਖ ਚੱਲ ਰਹੀ ਆ। ਪੂਨੇ ਦੀ ਸੀਰਮ ਇੰਸਟੀਚਿਊਟ ਹੋ ਗਈ ਆ, ਹੈਦਰਾਬਾਦ ਦੀ ਜਿਹੜੀ ਬਾਇਓਟੈਕ ਆ ਉਹਦੇ ਨਾਲ, ਪੂਨੇ ਵਾਲੀ ਦੇ ਨਾਲ ਸਪੁਤਨਿਕ ਆ, ਬਾਇਓਟੈਕ ਨਾਲ ਆਕਸਫੋਰਡ ਦੀ ਆ। ਸੋ ਇਹ ਸਾਰੇ ਟੀਕੇ ਇਸ ਵੇਲੇ ਐਡਵਾਂਸ ਸਟੇਜ ਤੇ ਆ ਔਰ ਸਾਰਿਆਂ ਨੇ ਇੱਕ ਐਮਰਜੈਂਸੀ ਯੂਜ਼ ਵਾਸਤੇ ਨਾ ਮਨਜ਼ੂਰੀ ਪਾ ਲਈ ਆ ਵੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ, ਇਹਦੀ ਐਮਰਜੈਂਸੀ ਯੂਜ਼ ਕੀਤੀ ਜਾਵੇ। ਇਹਦੇ ਸੰਬੰਧ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਪੂਨੇ ਦੇ ਸੀਰਮ ਇੰਸਟੀਚਿਊਟ ਵੀ ਗਏ, ਬਾਇਓਟੈਕ ਵਾਲਿਆਂ ਨਾਲ ਕੋਲ ਵੀ ਜਾ ਕੇ ਆਏ, ਦੇਖ ਕੇ ਆਏ ਉੱਥੇ ਉਹਨਾਂ ਦੀ ਪ੍ਰੋਗਰੈਸ ਕਿਵੇਂ ਦੀ ਆ, ਸਾਰੀ ਗੱਲਬਾਤ ਕੀਤੀ ਸਾਇੰਟਿਸਟਾਂ ਨਾਲ, ਵਿਗਿਆਨੀਆਂ ਨਾਲ। ਉਸ ਤੋਂ ਬਾਅਦ ਉਹਨਾਂ ਨੇ ਫਿਰ ਵਰਚੁਅਲ ਮੀਟਿੰਗ ਕੀਤੀ ਉਹਨਾਂ ਨੂੰ। ਕਹਿਣ ਤੋਂ ਭਾਵ ਹੈ ਵੀ ਉਹ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇਹ ਲੱਗ ਗਿਆ ਵੀ ਹੁਣ ਵੈਕਸੀਨ ਤਿਆਰ ਆ। ਹੁਣ ਜਿਹੜੀ ਗੱਲ ਚੱਲ ਰਹੀ ਆ, ਇਹਨਾਂ ਨੂੰ ਵੰਡਣ ਦੀ ਤਿਆਰੀ, ਇਹਨੂੰ ਲਗਾਉਣ ਦੀ ਤਿਆਰੀ ਚੱਲ ਰਹੀ ਆ। ਅੱਛਾ ਜੀ। ਇਹਦੇ ਸੰਬੰਧ ਵਿੱਚ ਹੀ ਪ੍ਰਧਾਨ ਮੰਤਰੀ ਨੇ ਆਲ ਪਾਰਟੀ ਮੀਟਿੰਗ ਬੁਲਾ ਲਈ ਹੈ ਸ਼ੁੱਕਰਵਾਰ ਨੂੰ ਕਿ ਇਸ ਵੈਕਸੀਨ ਦੀ ਵੰਡ ਔਰ ਵੈਕਸੀਨ ਨੂੰ ਹਰੇਕ ਨਾਗਰਿਕ ਤੱਕ ਕਿਵੇਂ ਪਹੁੰਚਾਉਣਾ, ਕਿੱਥੋਂ ਕਿੱਥੋਂ ਕਿੰਨੇ ਡੋਜ਼ ਲਿਆ ਰਹੇ ਆ, ਕਿੱਥੋਂ ਕਿੱਥੋਂ ਕਿਸ ਤਰੀਕੇ ਨਾਲ ਇਹਨੂੰ ਲਾਇਆ ਜਾਵੇ, ਉਹਦੀ ਰਣਨੀਤੀ ਤਿਆਰ ਕਰਨ ਲਈ ਇੱਕ ਆਲ ਪਾਰਟੀ ਮੀਟਿੰਗ ਵੀ ਬੁਲਾਈ ਆ। ਇਹ ਬਹੁਤ ਹੀ ਰਾਹਤ ਵਾਲੀ ਗੱਲ ਆ ਕਿਉਂਕਿ ਉਧਰ ਫਾਈਜ਼ਰ ਔਰ ਮੋਡਰਨਾ ਉਹਨੇ ਵੀ ਆਪਣੇ ਜਿਹੜੇ ਐਮਰਜੈਂਸੀ ਯੂਜ਼ ਵਾਸਤੇ ਇੱਕ ਮਨਜ਼ੂਰੀ ਪਾ ਦਿੱਤੀ ਹੈ FDA ਕੋਲ। ਪਰ ਦੂਜੇ ਪਾਸੇ ਜੇ ਆਪਾਂ ਕਰੋਨਾ ਦੀ ਗਿਣਤੀ ਦੀ ਗੱਲ ਕਰੀਏ ਤਾਂ 6.25 ਕਰੋੜ ਦੇ ਪਾਰ ਹੋ ਗਏ ਆ ਵਰਲਡ ਲੈਵਲ ਤੇ ਕੇਸ ਔਰ 15 ਲੱਖ ਦੇ ਕਰੀਬ ਮੌਤਾਂ ਦਾ ਅੰਕੜਾ ਚਲੇ ਗਿਆ ਆ। ਭਾਰਤ ਵਿੱਚ ਵੀ ਕੁਝ ਦਿਨਾਂ ਤੋਂ ਰਾਹਤ ਵਾਲੀ ਗੱਲ ਚੱਲ ਰਹੀ ਆ, 40,000 ਦੇ ਹੇਠਾਂ ਹੀ ਔਸਤਨ ਰੋਜ਼ਾਨਾ ਆ ਰਹੇ ਆ। 500 ਦੀ ਐਵਰੇਜ ਆ ਜਿਹੜੀ ਮੌਤਾਂ ਦੀ ਆ, ਕਾਫੀ ਹੱਦ ਤੱਕ ਕਾਬੂ ਹੇਠ ਕਰ ਲਿਆ ਗਿਆ ਹੈ। ਪੂਰੀ ਤਰ੍ਹਾਂ ਤਾਂ ਨਹੀਂ ਹੋਇਆ, ਪੂਰੀ ਤਰ੍ਹਾਂ ਤਾਂ ਹੀ ਹੋਣਾ ਜਦੋਂ ਆਪਾਂ ਸਮਾਜਿਕ ਦੂਰੀ, ਮਾਸਕ ਔਰ ਸੈਨੀਟਾਈਜ਼ਰ ਵਰਤਾਂਗੇ। ਇਹਦੇ ਵਿੱਚ WHO ਨੇ ਵੀ ਇੱਕ ਵਾਰੀ ਗੱਲ ਕਹੀ ਸੀਗੀ ਬਈ ਜੇ ਕਿਸੇ ਦੇਸ਼ ਨੇ ਇਹਨੂੰ ਬਿਨਾਂ ਵੈਕਸੀਨ ਤੋਂ ਕਾਬੂ ਪਾਇਆ ਤਾਂ ਉਹਦੇ ਵਿੱਚ ਭਾਰਤ ਜ਼ਰੂਰ ਗਿਣਿਆ ਜਾਊਗਾ। ਵੀ ਇਹਦੇ ਵਿੱਚ ਜਿਹੜਾ ਇਸ ਕਦਰ ਘਟ ਜਾਣਾ ਕੇਸਾਂ ਦਾ ਰੋਜ਼ਾਨਾ ਦੇ ਵਿੱਚ, ਪਹਿਲਾਂ ਬਹੁਤ ਵੱਡੀ ਪੱਧਰ ਤੇ ਹੋ ਗਏ ਸੀਗੇ, ਰੋਜ਼ਾਨਾ ਦੀ ਜਿਹੜੀ ਮੌਤਾਂ ਦੀ ਗਿਣਤੀ 1500 2000 ਦੇ ਵਿੱਚ ਜਾਣ ਲੱਗ ਪਈ ਸੀਗੀ, ਉਹ ਘਟ ਕੇ 500-600 ਤੱਕ ਰਹਿ ਗਈ ਆ। ਰਾਹਤ ਵਾਲੀ ਗੱਲ ਆ, ਪਰ ਹਜੇ ਵੀ ਜਿੰਨਾ ਚਿਰ ਦਵਾਈ ਨਹੀਂ ਉਹਨਾਂ 'ਚ ਢਲਾਈ ਨਹੀਂ। ਕਿਤੇ ਨਾ ਕਿਤੇ ਆਪਾਂ ਪ੍ਰਧਾਨ ਮੰਤਰੀ ਦਾ ਸਲੋਗਨ ਜ਼ਰੂਰ ਵਰਤ ਲੈਣਾ ਚਾਹੀਦਾ ਜੀ। ਠੀਕ ਹੈ ਜੀ। ਬਿਹਾਰ ਦੇ ਲੋਕਾਂ ਨੇ ਰਜਿਸਟ੍ਰੇਸ਼ਨ ਸ਼ੁਰੂ ਕਰ ਲਈ ਕਿ ਨਹੀਂ ਜੀ? ਮੇਰੇ ਖਿਆਲ ਉਹਨਾਂ ਦੇ ਸਭ ਤੋਂ ਪਹਿਲਾਂ ਤਾਂ ਫ੍ਰੀ 'ਚ ਲੱਗਣਾ ਕਹਿੰਦੇ। ਦੇਖੋ ਉਹ ਤਾਂ ਬਹੁਤ ਉਤਸੁਕਤਾ ਨਾਲ ਦੇਖ ਰਹੇ ਵੀ ਪ੍ਰਧਾਨ ਮੰਤਰੀ ਸਾਹਿਬ ਪੂਨੇ ਗਏ, ਫਿਰ ਹੈਦਰਾਬਾਦ ਗਏ, ਉਹਨਾਂ ਨੂੰ ਆਸ ਸੀ ਕਿ ਸਿੱਧੀ ਟੀਕੇ ਲਿਆ ਕੇ ਇੱਥੇ ਦੇਣਗੇ, ਕੋਈ ਸਰਕਾਰ ਬਣ ਗਈ ਆ ਉੱਥੇ। ਕੋਈ ਸਲਾਹ ਵੀ ਦੇ ਕੇ ਆਏ ਉਹਨਾਂ ਨੂੰ ਜੀ ਕਿ ਕਿਉਂਕਿ ਇੱਕ ਵਾਰੀ ਇਹ ਸਲਾਹ ਦੇ ਰਹੇ ਸੀ ਕਿਸੇ ਨੂੰ ਕਿ ਪਕੌੜਿਆਂ ਵਾਲੀ ਰੇਹੜੀ ਇਸ ਤਰ੍ਹਾਂ ਲਾਉਣੀ ਹੈ ਕਿ ਉਹ ਸੀਵਰੇਜ ਦੇ ਵਿੱਚੋਂ ਗੈਸ ਪਾਈਪ ਲਾ ਕੇ ਤੇ ਉਹ ਗੈਸ ਬਣ ਜਾਣੀ ਹੈ ਤੇ ਚੁੱਲ੍ਹਾ ਜਲੇਗਾ ਤੇ ਫਿਰ ਸੇਕ ਪੈਦਾ ਹੋਵੇਗਾ। ਹੁਣ ਇਹ ਵਰਲਡ ਲੈਵਲ ਦੀ ਗੱਲ ਹੈ ਨਾ, ਸਲਾਹ ਦੇਣਾ ਉਹਨਾਂ ਦਾ ਬਣਦਾ ਵੀ ਲੱਗਦਾ ਨਹੀਂ ਮੈਨੂੰ ਹੈਗਾ ਵੀ ਉੱਥੇ ਕੋ ਦੇ ਦਿੰਦੇ ਨੇ ਸਲਾਹ, ਵੈਸੇ ਨਾ ਵੀ ਹੋਵੇ। ਸਾਇੰਸਦਾਨਾਂ ਦੇ ਮੋਹਰੇ ਹੁਣ ਗੱਲ ਵੀ ਕੀ ਕਰਨਗੇ, ਇੱਕ ਤਾਂ ਮਾਸਕ ਡਬਲ ਪਾਇਆ ਹੁੰਦਾ ਤੇ ਹੁਣ ਬੋਲਿਆ ਕਿ ਉਹਨਾਂ ਨੇ ਉੱਥੇ ਗੱਲ ਕੀ ਕੀਤੀ ਉਹ ਤਾਂ ਕਿਸੇ ਨੂੰ ਅਜੇ ਦੱਸਿਆ ਨਹੀਂ। ਉਹਦਾ ਉਹਨਾਂ ਨੇ ਕਿਹਾ ਵੀ ਇਹ ਪ੍ਰੋਗਰੈਸ ਬਹੁਤ ਵੱਡੀ ਪੱਧਰ ਤੇ ਚੱਲ ਰਿਹਾ, 10 ਕਰੋੜ ਡੋਜ਼ ਜਿਹੜੇ ਆ ਇੱਧਰੋਂ ਆ ਰਹੇ ਆ, ਉੱਧਰੋਂ ਆ ਰਹੇ ਆ, ਤਕਰੀਬਨ ਕਾਫੀ ਵੱਡੇ ਲੈਵਲ ਤੇ ਚੱਲ ਰਿਹਾ। ਪਰ ਤੁਸੀਂ ਬਿਹਾਰ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਆਸ ਬੜੀ ਆ ਜੀ ਜਿਹੜੇ ਇਹਨਾਂ ਨੇ ਕਿਹਾ ਸੀ ਫ੍ਰੀ ਵੈਕਸੀਨ ਲਾਉਣੀ ਤੇ ਬਾਰੀ ਪਹਿਲਾਂ ਬਿਹਾਰ ਦੀ ਹੀ ਆਉਣੀ ਆ। ਠੀਕ ਹੈ। ਤੇ ਉਹਨਾਂ ਨੂੰ ਆਪਾਂ ਜਿੰਨੇ ਵੀ ਆਪਣੇ ਇੱਥੇ ਬਿਹਾਰ ਵਾਲੇ ਵਾਸੀ ਰਹਿੰਦੇ ਆ ਇਹਨਾਂ ਨੂੰ ਵੀ ਆਪਾਂ ਮੈਸੇਜ ਦੇ ਦਈਏ ਵੀ ਟੀਕਾ ਆਉਣ ਲੱਗਾ, ਬਿਹਾਰ ਚੱਲ ਜਾਓ ਛੇਤੀ ਛੇਤੀ, ਕਿਉਂ ਟੀਕੇ ਪਹਿਲਾਂ ਲੱਗਣੇ ਬਿਹਾਰੀਆਂ ਦੇ ਹੀ ਆ, ਬਾਕੀ ਦੇਸ਼ 'ਚ ਬਾਅਦ 'ਚ ਜਾਣਾ ਜੀ ਟੀਕਾ। ਇੱਕ ਛੋਟੀ ਜਿਹੀ ਗੱਲ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਕਰਤਾਰਪੁਰ ਸਾਹਿਬ ਦਾ ਲਾਂਘਾ ਇਹ ਇੰਨੇ ਸਾਲਾਂ ਬਾਅਦ ਖੁੱਲਿਆ, ਚਾਮਲਾਰ ਵਿੱਚ ਇਹ ਰਹਿ ਗਿਆ ਕੌਮ ਦੇ, ਬਹੁਤ ਰੁਕਾਵਟਾਂ ਆਈਆਂ ਤੇ ਕੈਪਟਨ ਅਮਰਿੰਦਰ ਸਿੰਘ ਬੜੇ ਨਾਰਾਜ਼ ਨੇ, ਕਹਿੰਦੇ ਨੇ ਕਿ ਖੋਲੋ ਛੇਤੀ ਇਸ ਨੂੰ ਜੀ। ਬਿਲਕੁਲ ਹਾਂਜੀ। ਤੇ ਜਦ ਕਿ ਜੇ ਮੈਂ ਗਲਤ ਨਹੀਂ ਤਾਂ ਪਹਿਲਾ ਵਿਰੋਧ ਕਰਨ ਵਾਲਿਆਂ ਦੇ ਵਿੱਚ ਜਿਹੜੇ ਸੀ ਕਿ ਕਹਿੰਦੇ ਲਾਂਘਾ ਖੋਲਣ ਦੀ ਕੋਈ ਲੋੜ ਨਹੀਂ ਹੈਗੀ, ਇਸ ਨਾਲ ਅੱਤਵਾਦ ਫੈਲੇਗਾ, ਤੇ ਕੈਪਟਨ ਅਮਰਿੰਦਰ ਸਿੰਘ ਹੀ ਸਨ ਜੀ। ਤੇ ਹੁਣ ਪੈਂਤੜਾ ਕਿਉਂ ਬਦਲ ਗਏ ਨੇ? ਸਮੇਂ-ਸਮੇਂ ਦੇ ਹਿਸਾਬ ਨਾਲ ਸਾਰਿਆਂ ਨੂੰ ਆਪਣੀ ਸਿਆਸੀ ਜਿਹੜੀ ਆ ਤਕਰੀਰ ਵੀ, ਸਿਆਸੀ ਜਿਹੜੀ ਆ ਉਹ ਰਣਨੀਤੀ ਵੀ ਬਦਲਣੀ ਪੈ ਜਾਂਦੀ ਆ। ਤੇ ਇਹ ਉਹੀ ਕੈਪਟਨ ਸਾਹਿਬ ਜਿਹੜੇ ਖੱਟਰ ਸਾਹਿਬ ਦੇ ਤਾਰੀਫ ਕਰਦੇ ਨਹੀਂ ਸੀ ਹਟਦੇ, ਤੇ ਹੁਣ ਉਹਨਾਂ ਨੂੰ ਇਸ ਤਰੀਕੇ ਨਾਲ ਕਰਦੇ ਵੀ ਤੂੰ ਮੇਰੇ ਕਿਸਾਨਾਂ ਨੂੰ ਲਾਂਘਾ ਦਿੱਤਾ ਕਿਉਂ ਨਹੀਂ, ਤੇ ਉਧਰ ਲਾਂਘਾ ਕਹਿੰਦੇ ਵੀ ਪਾਕਿਸਤਾਨ ਵਾਲੇ ਪਾਸੇ ਤਾਂ ਖੋਲਤਾ ਆ, ਤੁਸੀਂ ਕਿਉਂ ਨਹੀਂ ਖੋਲ ਰਹੇ। ਖੈਰ ਉਹਨਾਂ ਦੀ ਜਿਹੜੀ ਮੰਗ ਜਾਇਜ਼ ਆ, ਇੰਨੀਆਂ ਲੰਬੀਆਂ ਅਰਦਾਸਾਂ ਕਰਕੇ ਅਸੀਂ ਆਪਣੇ ਪਿਓ ਦੇ ਗੁਰੂ ਘਰ ਨੂੰ ਜਾਣ ਜੋਗੇ ਹੋਏ ਸੀਗੇ, ਉਹਨਾਂ ਨੂੰ ਇੱਕ ਕਰੋਨਾ ਮਹਾਮਾਰੀ, ਠੀਕ ਆ ਇਹ ਬਹੁਤ ਵੱਡੀ ਵਿਪਤਾ ਆਈ ਸੀਗੀ ਦੇਸ਼ ਦੇ ਉੱਤੇ, ਦੁਨੀਆ ਦੇ ਉੱਤੇ, ਬੰਦ ਕਰਤਾ ਗਿਆ। ਪਰ ਹੁਣ ਜਦੋਂ ਪਾਕਿਸਤਾਨ ਨੇ ਖੋਲ੍ਹਤਾ, ਤੁਸੀਂ ਦੇਖਿਆ ਉਹਨਾਂ ਨਨਕਾਣਾ ਸਾਹਿਬ ਦਾ ਜਿਹੜਾ ਉੱਥੇ ਇੱਕ ਨਗਰ ਕੀਰਤਨ ਕੱਢਿਆ, ਬਹੁਤ ਵੱਡਾ ਇਕੱਠ ਸੀਗਾ ਜੀ। ਤੇ ਜੇ ਆਪਾਂ ਉਹਦੇ ਹਿਸਾਬ ਨਾਲ ਦੇਖੀਏ ਤੇ ਇੱਧਰ ਜਿਹੜਾ ਸਿਆਸੀ ਇਕੱਠ ਜਿਹੜਾ ਉਹ ਵੀ ਬਹੁਤ ਵੱਡਾ ਹੁੰਦਾ ਆ। ਤੇ ਜੇ ਉੱਧਰ ਹੁਣ ਇੱਕ ਨਗਰ ਕੀਰਤਨ ਜਿੰਨਾ ਇਕੱਠ ਹੋ ਗਿਆ, ਜਿੱਥੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਕਰੋਨੇ ਵੱਧ ਰਹੇ ਆ, ਪਰ ਉਹਨਾਂ ਨੇ ਫਿਰ ਵੀ ਇੱਕ ਧਾਰਮਿਕ ਪੱਖ ਨੂੰ ਮੂਹਰੇ ਰੱਖਦੇ ਆ ਲਾਂਘਾ ਖੋਲ੍ਹਿਆ ਹੋਇਆ ਆਪਣੇ ਤੌਰ ਤੇ। ਠੀਕ ਹੈ ਜੀ। ਭਾਰਤ ਸਰਕਾਰ ਨੂੰ ਵੀ ਇਹਦੇ 'ਚ ਪਹਿਲ ਕਰਕੇ ਇਹਨੂੰ ਲਾਂਘੇ ਨੂੰ ਆਸ ਤਾਂ ਸੀਗੀ ਵੀ ਗੁਰਪੁਰਬ ਤੋਂ ਪਹਿਲਾਂ ਖੋਲ੍ਹ ਦੇਣਗੇ, ਪਰ ਹਜੇ ਉਹ ਕਿਸਾਨੀ ਅੰਦੋਲਨ 'ਚ ਫਸ ਗਿਆ ਲੱਗਦਾ ਮੈਨੂੰ, ਉਹਨਾਂ ਨੂੰ ਸੁੱਝ ਨਹੀਂ ਰਿਹਾ ਹੁਣ ਕਿਹੜਾ ਲਾਂਘਾ ਖੋਲ੍ਹੀਏ ਤੇ ਕਿਹੜਾ ਬੰਦ ਕਰੀਏ। ਸੋ ਹੁਣ ਇਹ ਜਿਹੜਾ ਕੈਪਟਨ ਸਾਹਿਬ ਦਾ ਜਿਹੜਾ ਜ਼ੋਰ ਦਿੱਤਾ ਹੋਇਆ, ਇਹ ਖੋਲ੍ਹਿਆ ਜਾਣਾ ਚਾਹੀਦਾ ਤਾਂ ਕਿ ਜਿਹੜੇ ਆਪਣੇ ਨਾਨਕ ਨਾਮ ਲੈਵਾ ਸੰਗਤ ਹੈ ਕਰਤਾਰਪੁਰ ਸਾਹਿਬ ਦਰਸ਼ਨ ਕਰ ਸਕਣ। ਠੀਕ ਹੈ ਜੀ ਸ਼ਰਗਲ ਸਾਹਿਬ, ਅੱਜ ਦਾ ਪ੍ਰੋਗਰਾਮ ਇੱਥੇ ਹੀ ਅਸੀਂ ਖਤਮ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਗੱਲਬਾਤ ਆਪ ਜੀ ਨੂੰ ਪਸੰਦ ਆਵੇਗੀ। ਨਵਾਂ ਪ੍ਰੋਗਰਾਮ ਜਲਦੀ ਲੈ ਕੇ ਹਾਜ਼ਰ ਹੋਵਾਂਗੇ।